मैथ्यू 21:31। ਸੋ ਇਹਨਾਂ ਦੋਹਾਂ ਵਿੱਚੋਂ ਕਿਹਨੇ ਪਿਤਾ ਦੀ ਮਰਜ਼ੀ ਪੂਰੀ ਕੀਤੀ? ਉਹਨਾਂ ਆਖਿਆ ਪਹਿਲੇ ਨੇ। ਯਿਸੂ ਨੇ ਉਹਨਾਂ ਨੂੰ ਕਿਹਾ, ਮੈਂ ਤੁਹਾਨੂੰ ਸੱਚ ਸੱਚ ਆਖਦਾ ਹਾਂ, ਜੋ ਮਸੂਲੀਏ ਅਤੇ ਕੰਜਰੀਆਂ ਤੁਹਾਡੇ ਨਾਲੋਂ ਪਹਿਲਾਂ परमेश्वर के राज ਵਿੱਚ ਜਾਂਦੇ ਹਨ। Praise the Lord। इन दोनों में से किसने पिता की इच्छा को पूरा किया? उन्होंने कहा पहले ने। यीशु ने उससे कहा, मैं तुमसे सच सच कहता हूँ, मैं सूल लेने वाले और वैश्य तुमसे पहले परमेश्वर के राज्य में प्रवेश करेंगे। हालेलुया। ਅੱਜ ਸਾਰੀ ਦੁਨੀਆ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਧਰਮੀਆਂ ਦੀ ਦੌੜ ਦੇ ਵਿੱਚ ਹੀ ਹਰ ਬੰਦਾ ਲੱਗਿਆ ਹੈ ਔਰ ਹਰ ਮਜ਼ਹਬ, ਹਰ ਜਾਤੀ, ਹਰ ਧਰਮ ਇੱਕੋ ਗੱਲ ਦਾ ਵਾਸਤਾ ਦੇ ਰਹੇ ਹੈ ਕਿ ਪਰਮੇਸ਼ਵਰ ਜਿਹੜਾ ਹੈ ਉਹ ਧਰਮੀ ਨੂੰ ਪਿਆਰ ਕਰਦਾ, ਪਰਮੇਸ਼ਵਰ ਧਰਮੀ ਨੂੰ ਬੁਲਾਉਂਦਾ ਹੈ, ਪਰਮੇਸ਼ਵਰ ਦੀਆਂ ਯੋਜਨਾਵਾਂ ਧਰਮੀ ਦੇ ਲਈ ਹਨ। ਪਰ ਬਾਈਬਲ ਦੱਸਦੀ ਹੈ, ਯਿਸੂ ਮਸੀਹ ਨੇ ਕਿਹਾ, ਬਿਮਾਰਾਂ ਨੂੰ ਡਾਕਟਰ ਦੀ ਜ਼ਰੂਰਤ ਹੈ, ਚੰਗੇ ਭਲਿਆਂ ਨੂੰ ਨਹੀਂ ਆ। ਔਰ ਜਿਹੜੇ ਆਪਣੇ ਆਪ ਨੂੰ ਉਸ ਵਕਤ ਫੱਕੀ ਫਰੀਸੀ, ਉਸ ਵਕਤ ਦੇ ਪੰਡਿਤ ਪ੍ਰੋਹਿਤ ਲੋਕ ਜਿਹੜੇ ਬੜੇ ਆਲਮ ਸਮਝਦੇ ਸੀਗੇ, ਜਦੋਂ ਯਿਸੂ ਮਸੀਹ ਦੀ ਉਹਨਾਂ ਨਾਲ ਗੱਲਬਾਤ ਹੋਈ ਔਰ ਯਿਸੂ ਮਸੀਹ ਨੇ ਉਹਨਾਂ ਨਾਲ ਆਪਣੀਆਂ ਗੱਲਾਂ ਸਾਂਝੀਆਂ ਕੀਤੀਆਂ ਔਰ ਯਿਸੂ ਮਸੀਹ ਨੇ ਇੱਕ ਉਦਾਹਰਨ ਦੇ ਕੇ ਉਹਨਾਂ ਨੂੰ ਕਿਹਾ ਕਿ ਦੋ ਇਨਸਾਨਾਂ ਨੇ ਕਰਜ਼ਾ ਦੇਣਾ ਸੀ ਔਰ ਉਹਦੇ ਵਿੱਚੋਂ ਕਿਹੜਾ ਹੈ ਜਿਹੜਾ ਜ਼ਿਆਦਾ ਧੰਨਵਾਦ ਕਰੇਗਾ? ਤੇ ਉਹਨਾਂ ਨੇ ਕਿਹਾ ਵੀ ਜਿਹਦਾ ਜ਼ਿਆਦਾ ਮਾਫ ਕੀਤਾ ਗਿਆ ਉਹ ਜ਼ਿਆਦਾ ਧੰਨਵਾਦ ਕਰੇਗਾ। ਔਰ ਇਸ ਗੱਲ ਤੋਂ ਬਾਅਦ ਯਿਸੂ ਮਸੀਹ ਨੇ ਕੁਝ ਚਰਚਾ ਕੀਤੀ ਔਰ ਫਿਰ ਉਹਨੇ ਕਿਹਾ ਕਿ ਦੱਸੋ ਇਹਨਾਂ ਵਿੱਚੋਂ ਕਿਹਨੇ ਪਿਤਾ ਦੇ ਹੁਕਮ ਨੂੰ ਪੂਰਾ ਕੀਤਾ? ਦੋ ਬੱਚਿਆਂ ਦੀ ਉੱਥੇ ਉਦਾਹਰਨ ਦਿੱਤੀ ਗਈ ਯਿਸੂ ਮਸੀਹ ਨੇ ਔਰ ਉਹਨਾਂ ਨੇ ਕਿਹਾ ਕਿ ਜਿਹਨੇ ਵਧੀਆ ਕੀਤਾ ਉਹਦੇ ਬਾਰੇ ਉਹਨਾਂ ਨੇ ਐਗਜ਼ਾਮਪਲ ਦਿੱਤੀ ਔਰ ਯਿਸੂ ਮਸੀਹ ਨੇ ਕਿਹਾ, ਮੈਂ ਤੈਨੂੰ ਸੱਚ ਸੱਚ ਕਹਿੰਦਾ ਹਾਂ, ਇਸੇ ਤਰ੍ਹਾਂ ਮਸੂਲੀਏ ਅਤੇ ਵੈਸ਼ਿਆ ਤੁਹਾਡੇ ਤੋਂ ਪਹਿਲਾਂ ਸਵਰਗ ਦੀ ਬਾਦਸ਼ਾਹ ਦੇ ਵਿੱਚ ਹੋਣਗੇ। ਔਰ ਕਿਉਂ ਖੁਦਾ ਦਾ ਕਲਾਮ ਇਹ ਦੱਸਣਾ ਚਾਹੁੰਦਾ ਹੈ ਕਿ ਮਸੂਲੀਏ ਔਰ ਵੈਸ਼ਿਆ, ਜਦ ਕਿ ਉਸ ਸਮੇਂ ਦੇ ਵਿੱਚ ਇਹ ਦੋਨੇ ਪੇਸ਼ੇ ਦੇ ਲੋਕ ਜਿਹੜੇ ਬੜੇ ਹੀ ਘਿਨੌਣੇ ਮੰਨੇ ਜਾਂਦੇ ਸਨ, ਲੋਕ ਇਹਨਾਂ ਨੂੰ ਨਫ਼ਰਤ ਕਰਦੇ ਸਨ। ਇਸੇ ਲਈ ਯਿਸੂ ਮਸੀਹ ਦੇ ਕੋਲ ਜਦੋਂ ਇੱਕ ਜਨਾਹਕਾਰ ਔਰਤ ਨੂੰ ਲੈ ਕੇ ਆਏ ਤੇ ਉਹਨਾਂ ਨੇ ਯਿਸੂ ਮਸੀਹ ਦੇ ਅੱਗੇ ਲਿਆ ਕੇ ਉਹਨੂੰ ਖੜਾ ਕੀਤਾ ਔਰ ਕਿਹਾ ਕਿ ਮੂਸਾ ਨਬੀ ਦੇ ਕਾਨੂੰਨ ਦੇ ਅਨੁਸਾਰ ਇਹਦੀ ਸਜ਼ਾ ਇਹ ਹੈ ਕਿ ਇਹਨੂੰ ਪੱਥਰ ਮਾਰ ਮਾਰ ਕੇ ਮਾਰ ਦਿੱਤਾ ਜਾਵੇ। ਤੂੰ ਦੱਸ, ਤੂੰ ਇਹਦੇ ਬਾਰੇ ਕੀ ਆਖਦਾ ਹੈ? ਉਸ ਜਗ੍ਹਾ ਦੇ ਉੱਤੇ ਵੀ ਅਸੀਂ ਉਸ ਗੱਲ ਨੂੰ ਪੂਰੀ ਤਰ੍ਹਾਂ ਜਾਣਦੇ ਹਾਂ ਕਿ ਯਿਸੂ ਮਸੀਹ ਨੇ ਉਸ ਜਗ੍ਹਾ ਤੇ ਕੀ ਜਵਾਬ ਦਿੱਤਾ, ਲੇਕਿਨ ਅਸੀਂ ਵਿਸਤਾਰ ਪੂਰਵਕ ਦੇਖਦੇ ਜਾਵਾਂਗੇ ਕਿਉਂ ਯਿਸੂ ਮਸੀਹ ਨੂੰ ਇਹ ਕਹਿਣਾ ਪਿਆ। ਉਸ ਵਕਤ ਦੇ ਜਿਹੜੇ ਪ੍ਰੋਹਿਤ ਲੋਕ ਸਨ, ਜਿਹੜੇ ਪਰਮੇਸ਼ਰ ਵੱਲੋਂ ਹੀ, ਉਹਦੇ ਹੁਕਮ ਵੱਲੋਂ ਹੀ, ਉਹਦੀ ਸ਼ਰ੍ਹਾ ਦੇ ਮੁਤਾਬਕ ਹੀ ਠਹਿਰਾਏ ਗਏ ਸਨ, ਪਰ ਪਰਮੇਸ਼ਰ ਦੀ ਸ਼ਰ੍ਹਾ ਦੇ ਮੁਤਾਬਕ ਆਪਣਾ ਜੀਵਨ ਬਿਤਾ ਨਹੀਂ ਰਹੇ ਸਨ। ਅਭਿਸ਼ੇਕ ਉਸੇ ਤਰ੍ਹਾਂ ਕੀਤਾ ਜਾਂਦਾ ਸੀ, ਮਸਾ ਉਸੇ ਤਰ੍ਹਾਂ ਕੀਤਾ ਜਾਂਦਾ ਸੀ, ਜੀਵਨ ਗੁਜ਼ਾਰਨ ਦੇ ਲਈ ਸਾਰੀਆਂ ਬਾਹਰੀ ਸ਼ਰ੍ਹਾਂ ਜਿਹੜੀਆਂ ਸੀ ਪੂਰੀਆਂ ਕਰਦੇ ਸੀ, ਪਰ ਅੰਦਰੋਂ ਜਿਹੜਾ ਦਿਲ ਸੀ ਉਹ ਉਸ ਮੁਤਾਬਕ ਨਹੀਂ ਸੀ ਜੈਸਾ ਪਰਮੇਸ਼ਰ ਚਾਹੁੰਦਾ ਸੀ। ਇਸ ਲਈ ਯਿਸੂ ਮਸੀਹ ਨੂੰ ਇਹਨਾਂ ਦੇ ਨਾਲ ਗਿਲਾ ਹੋਇਆ ਔਰ ਯਿਸੂ ਮਸੀਹ ਨੂੰ ਇਹਨਾਂ ਨੂੰ ਕਹਿਣਾ ਪਿਆ ਕਿ ਤੁਸੀਂ ਜਿਹੜੇ ਆਪਣੇ ਆਪ ਨੂੰ ਬੜੇ ਧਰਮੀ, ਬੜੇ ਪਵਿੱਤਰ, ਬੜੇ ਚੰਗੇ ਸਮਝਦੇ ਹੋ, ਮੈਂ ਤੁਹਾਨੂੰ ਸੱਚ ਸੱਚ ਆਖਦਾ ਹਾਂ, ਪਰਮੇਸ਼ਰ ਤੁਹਾਨੂੰ ਇਸ ਚੀਜ਼ ਤੋਂ ਪਰੇ ਕਰੇਗਾ। ਜਿਹੜਾ ਤੁਸੀਂ ਸਮਝਦੇ ਕਿ ਤੁਸੀਂ ਬਹੁਤ ਚੰਗੇ ਕੰਮ ਕਰਦੇ ਹੋ, ਪਰਮੇਸ਼ਰ ਦੀ ਨਜ਼ਰ 'ਚ ਤੁਹਾਡੇ ਚੰਗੇ ਕੰਮ ਕਿਸੇ ਕੰਮ ਨਹੀਂ ਆਉਣਗੇ। ਤੁਸੀਂ ਜਿਹੜੇ ਪਹਿਰਾਵੇ ਪਾ ਕੇ ਲੋਕਾਂ ਨੂੰ ਬੜੇ ਅੱਛੇ ਸਾਬਤ ਕਰਦੇ ਹੋ, ਇਹ ਪਹਿਰਾਵੇ ਤੁਹਾਡੇ ਕੰਮ ਨਹੀਂ ਆਉਣਗੇ। ਜਿਹੜੀਆਂ ਚੰਗੀਆਂ ਚੰਗੀਆਂ ਗੱਲਾਂ ਤੁਸੀਂ ਲੋਕਾਂ ਨਾਲ ਕਰਦੇ ਹੋ, ਇਹ ਵੀ ਤੁਹਾਡੇ ਕੰਮ ਨਹੀਂ ਆਉਣਗੀਆਂ, ਕਿਉਂਕਿ ਮੇਰਾ ਪਰਮੇਸ਼ਰ ਤੁਹਾਨੂੰ ਦਿਲ ਤੋਂ ਜਾਣਦਾ, ਮੇਰਾ ਪਿਤਾ ਤੁਹਾਨੂੰ ਦਿਲ ਤੋਂ ਚਾਹੁੰਦਾ ਹੈ। ਉਹਨੂੰ ਪਤਾ ਹੈ ਕਿ ਤੁਹਾਡੇ ਦਿਲ ਵਿੱਚ ਕੀ ਹੈ ਔਰ ਉਹਨਾਂ ਦੀ ਦਿਲ ਦੀ ਭਾਵਨਾ ਨੂੰ ਜਾਣਦੇ ਹੋਏ ਯਿਸੂ ਮਸੀਹ ਨੇ ਜਵਾਬ ਦਿੱਤਾ, ਮੈਂ ਤੁਹਾਨੂੰ ਸੱਚ ਸੱਚ ਆਖਦਾ ਹਾਂ, ਤੁਹਾਡੇ ਤੋਂ ਪਹਿਲਾਂ ਵੈਸ਼ਿਆ ਔਰ ਮਸੂਲੀਏ ਪਰਮੇਸ਼ਵਰ ਦੀ ਬਾਦਸ਼ਾਹਤ ਦੇ ਵਿੱਚ ਹੋਣਗੇ। ਲੋਕੀ ਸਵਾਲ ਕਰਦੇ ਆ ਯਿਸੂ ਮਸੀਹ ਦੇ ਨਾਲ ਇਹ ਕਿਵੇਂ ਮੁਮਕਿਨ ਹੋ ਸਕਦਾ ਆ? ਵੈਸ਼ਿਆ ਦੇ ਲਈ ਤੇ ਪਰਮੇਸ਼ਵਰ ਦਾ ਬੜਾ ਖਾਸ ਔਰ ਸਖਤ ਹੁਕਮ ਆ, ਮਸੂਲੀਆਂ ਤੋਂ ਵੀ ਪਰਮੇਸ਼ਵਰ ਘਿਨਾਉਣਾ ਨਫ਼ਰਤ ਕਰਦਾ, ਇਹਨਾਂ ਨੂੰ ਘਿਨਾਉਣਾ ਸਮਝਦਾ, ਫਿਰ ਤੂੰ ਕਿਵੇਂ ਆਖਦਾ ਹੈ? ਸੋ ਆਓ ਅਸੀਂ ਥੋੜਾ ਜਿਹਾ ਵਿਚਾਰ ਕਰਾਂਗੇ, ਪੁਰਾਣੇ ਨਿਯਮ 'ਚ ਜਾਵਾਂਗੇ। ਯਹੋਸ਼ੂਆ ਦੀ ਕਿਤਾਬ ਦਾ 2 ਅਧਿਆਏ, ਉਹਦੀ 1 ਵਰਸ ਔਰ 6 ਵਰਸ ਔਰ 9 ਵਰਸ ਪੜਾਂਗੇ। ਕਿਉਂ ਖੁਦਾ ਇਹ ਦੱਸਣਾ ਚਾਹੁੰਦਾ ਹੈ ਕਿ ਮਸੂਲੀਏ ਤੇ ਵੈਸ਼ਿਆ ਤੁਹਾਡੇ ਨਾਲੋਂ ਪਹਿਲਾਂ ਸਵਰਗ ਦੀ ਬਾਦਸ਼ਾਹਤ ਵਿੱਚ ਦਾਖਲ ਹੋਣਗੇ। ਯਹੋਸ਼ੂਆ 2 ਅਧਿਆਏ ਵਰਸ 1, 6 ਤੇ 9। ਇੰਨਾ ਟਾਈਮ ਲਾਓਗੇ ਫਿਰ ਕਿਤੇ ਚਲੇ ਗਏ? ਬਾਈਬਲ ਦੀ 6ਵੀਂ ਕਿਤਾਬ ਵਿਵਸਥਾ ਸਾਰ ਤੋਂ ਬਾਅਦ ਯਹੋਸ਼ੂਆ ਉਹਦਾ 2 ਅਧਿਆਏ, ਉਹਦੀ 1 ਵਰਸ 6 ਵਰਸ ਤੇ 9। तब नून के पुत्र यहोशुआ ने जो ने 2 बेदियों को शतीम से चुपके से भेज दिया और उसने उससे कहा, जाकर उस देश और यरीहो को देखो।
तुरंत वह चल दिए और रहाब नाम की एक वैश्या के घर में जाकर सो गए। किथे पहुंचे जी? इन्होंने को होर घर नहीं सी लभा। खोज करन दे लिए पहुंचे तो किथे पहुंचे? एक वैश्या के घर। उस नगर दे विच भी बहुत सारे लोग अपने आप नूं दसदे होणगे कि असीं भी परमेश्वर नूं जाणदे हैं, असीं भी परमेश्वर नूं समझदे हैं, असीं भी परमेश्वर नूं बहुत प्यार करते हैं, असीं भी मानते हैं कि परमेश्वर हैगा आ। उस इलाके के लोग भी अपने तरीके दी बड़ियां भगतियां बड़ियां इबादतां करते होणगे, उन्हां दे विच भी रब दा नाम चलदा होवेगा। लेकिन उस वक्त ये दो जानकार लैण वाले लोगों नूं किहने पहचानिया? एक वैश्या ने पहचान लिया कि रब दे बंदे आ और उन्हें अपने घर उन्हां नूं उतार लिया। और 6 वर्ष पढ़ते हैं, उसने उनको घर की छत पर चढ़ाकर सनई की लकड़ियों के नीचे छिपा दिया था जो उसने छत पर सजा कर रखी थी। जदों पता लगा कि कोई खोजी लोग साडे इलाके दे विच आए और वैश्या दे घर दे विच टिके हुए आ, उन्होंने जो मारन दे लई आए तो एक वैश्या ने वो फर्ज पूरा किया जिहड़ा कुछ धर्मी लोगों का बनता है। नजर दे विच आउंदी ते वैश्या है, जनाकार औरत है, पर कर्म दे अंदरों ओहदा पता लगता जिहड़ा उन्हें कर्म किया कि अंदरों ओहदे मन दे विच फिर भी किते ना किते परमेश्वर दे लई डर आ, परमेश्वर दे लई पैया। हो सकता है इसदा पेशा किसी मजबूरी कारण भी होवे, लेकिन परमेश्वर जिहड़ा है इंसान नूं अंदर तो देखदा। बाहरों साडा पेशा कोई चंगा हो सकता है, बाहरों असीं लोकां नूं चंगे दिसदे हो सकते हैं, लेकिन अंदरों चंगे नहीं है तो परमेश्वर नूं चंगा नहीं लगता। कई बार साडा बाहरी रूप जिहड़ा आ उस थोड़ा खतरनाक हुंदा, बाहरी रूप थोड़ा नफरतपूर्वक हुंदा, बाहरी रूप थोड़ा क्रोध वाला हुंदा है। लेकिन कई लोग ऐसे भी मैं देखे जिहड़े बाहरों बड़े सख्त है पर अंदरों बड़े नरम हुंदे आ। ये औरत जिहड़ी सीगी इहदी भी कुछ कंडीशन ऐसी सी, अंदरों ये जिहड़ी सी परमेश्वर दा डर मनण वाली औरत सी। और इहदा ये पहचान मिलती है इस जगह के उत्ते जब असीं पढ़ते हैं कि उन्हें उन्होंने खोजिया नूं, क्योंकि धुम पै चुकी सी इसराइल दी कि उन्हां दा परमेश्वर उन्हां दे नाल होके लड़ रहा है। हालेलुया। दुनिया दे विच आले दुआले दे इलाकिਆਂ दे विच आले दुआले दे देशां तक पता लग चुका सीगा कि यहोवा परमेश्वर ने अपनी कौम दे लई की कुछ कीता है। और वो खबर जिहड़ी सीगी जदों यरीहो दे लागे पहुंच चुके सी ते यरीहो दे अंदर दे लोकां तक भी वो खबर पहुंच चुकी सी कि इसराइलियां दा खुदा उन्हां दे नाल होके लड़दा है। और वो खबर इस वैश्या दे कन्नां तक भी पहुंच गई। वैश्या नूं समझ आ गई कि इस कौम दे नाल लड़िया नहीं जा सकता, वैश्या नूं समझ आ गई कि इस कौम का मुकाबला किया नहीं जा सकता। पर जिहड़े अपने आप नूं साफ सुथरे अक्स दे दसदे सन उन्हां दी समझ विच नहीं आया कि असीं सरैंडर कर दईए तो शायद परमेश्वर दी रहमो करम साडे उत्ते भी हो जाए। बल्कि उन्हां ने परमेश्वर दी कौम का मुकाबला करन दी तैयारियां कीतियां, जबकि इस औरत ने जिन्होंने लोग जनाकार कहते सन, इस औरत ने उन्हां लोकां नूं अपने घर भी ठहराया, उन्होंने दुश्मनों तो बचा भी दिता और बचा के उन्होंने भजा भी दिता। 9 वर्ष लिखते हैं, इन पुरुषों से कहने लगी मुझे तो विश्वास है कि यहोवा ने तुम लोगों को ये देश दे दिया है। हालेलुया। की कह रही है जनाकार औरत? अजय दिता नहीं गा, लेकिन औरत शब्द की है किड्डा जबरदस्त विश्वास है कि जनाकार औरत का। यीशु मसीह कहता मैं तुहानू सच सच कहता है, हे अपने आप नू धर्मी कहने वाले लोगो, तुहाडे नालों पहला जनाकार ते मसूली स्वर्ग की बादशाह दे विच दाखल होणगे। क्योंकि जनाकारां तक जदों परमेश्वर की एक खुशखबरी पहुंची, जनाकारां ने कबूल कर लिया, पर तुसीं धर्मियां ने कबूल, जनाकारां ने यीशु नू सलीब दे उत्ते नहीं सी लटकाया, बल्कि धर्मियां ने जिहड़े अपने धर्मी कहलाउंदे सी उन्होंने यीशु मसीह नू सलीब उत्ते लटकाया। जनाकारां ने सजा नहीं सी दित्ती, बल्कि अपने आप नू सही कहने वाले लोगों ने यीशु मसीह नू सजा दित्ती सी। और इस औरत दे शब्द दसदे हन कि परमेश्वर दा इहदे अंदर किन्ना डर सीगा और किन्ने हद तक इहदा विश्वास सी। ये विश्वास अजे हो सकदा जिहड़े खोज कढण आए सी उन्हां दा भी ना होवे, पर इस औरत का शब्द की सीगा, उन्हें देखिया कि परमेश्वर ने जो कुछ इन्हां दे नाल कीता वो अनहोना आ, और जिन्हां दे नाल कीता सी उन्हां दे विचों भी कई लोग इन्ना कुछ देख के भी अजे भी परमेश्वर दे नाल उस तरीके नाल चलण दे वास्ते तैयार नहीं सन। असीं अगे जाके पढ़दे हां कि जदों उन्हें खोज लियाउण वाले दस्सिया कि उत्थे दा आम जिहड़ा बच्चा भी आ वो भी 8.5 फुट 9 फुट दा आ। वो बंदे ही नहीं बल्कि दानव आ, दैंत लोग उत्थे वसदे आ, और उन्हां दे नाल मुकाबला करना बड़ा ही
मुश्किल आ। तो यहोशू और कालेब ने फिर कहा सी नहीं, ऐसी कोई गल नहीं, साडा परमेश्वर साडे नाल होके लड़दा है, इस करके वो साडे अगे टिड्डियां वर्गे कीड़ियां वर्गे, उन्हां दी कोई भी साडे अगे अहमियत नहीं आ। ਉਹਨਾਂ ਦੇ ਲਈ ਜਿਨ੍ਹਾਂ ਦੇ ਵਿੱਚ ਖੁਦਾ ਨੇ ਏਡੇ ਏਡੇ ਮੌਜੂਜ਼ੇ ਕੀਤੇ, 10 ਬਵਾਂ ਭੇਜੀਆਂ ਔਰ ਉਸ ਤੋਂ ਬਾਅਦ ਸਮੁੰਦਰ ਨੂੰ 2 ਹਿੱਸੇ ਕਰ ਦਿੱਤਾ। ਪਰਮੇਸ਼ਵਰ ਅੱਗੇ ਅੱਗੇ ਹੋ ਕੇ ਪਿੱਛੇ ਪਿੱਛੇ ਹੋ ਕੇ ਉਹਨਾਂ ਨੂੰ ਵਿੱਚ ਲੈ ਕੇ ਉਹਨਾਂ ਦੇ ਨਾਲ ਚੱਲਦਾ ਸੀ। ਉਹਨਾਂ ਦੇ ਵਿੱਚੋਂ ਵੀ ਲੋਕਾਂ ਨੂੰ ਅਜੇ ਪੂਰੀ ਤਰ੍ਹਾਂ ਪਰਮੇਸ਼ਵਰ ਦੇ ਉੱਤੇ ਭਰੋਸਾ ਨਹੀਂ ਸੀ। ਪਰ ਇਸ ਵੈश्या औरत ਦਾ, ਇਸ ਜਨਾਕਾਰ औरत ਦੇ ਸ਼ਬਦ ਆ, इन पुरुषों से कहने लगी मुझे तो विश्वास है कि यहोवा ने तुम लोगों को ये देश दे दिया है और तुम्हारा भय हम लोगों के मन में समाया है। हालेलुया। ਉਹਨਾਂ ਦਾ ਮਨ ਇਸਰਾਇਲੀਆਂ ਦਾ ਡਰ ਨਹੀਂ ਸੀ, ਉਹਨਾਂ ਦੇ ਅੰਦਰ ਡਰ ਇਹ ਸੀਗਾ ਵੀ ਇਹਨਾਂ ਦਾ ਪਰਮੇਸ਼ਵਰ ਇਹਨਾਂ ਦੇ ਨਾਲ ਹੋ ਕੇ लड़ रहा है, इस करके डर सी। और इस देश के सब निवासी तुम्हारे कारण घबरा रहे हैं। हालेलुया। बाकी तो सिर्फ घबरा ही रहे सीगे, लेकिन इस जनाकार औरत ने घबराहट के नाल नाल ये विश्वास भी किया कि सचमुच इन्हां दा खुदा इन्हां दे नाल आ, और अगर इन्हां दी मदद मैं करांगी तो खुदा मेरे उत्ते भी रहम करम कर देगा। और फिर ਅਸੀਂ पढ़ते हैं यहोशू 17 वर्ष ਵਿੱਚ, और नगर जो कुछ उसमें यहोवा के लिए अर्पण की वस्तु ठहरेगी, केवल रहाब वैश्या और जितने उसके घर में होवे जीवित छोड़े जाएं, क्योंकि उसने हमारे भेजे हुए दूतों को छिपा रखा था। हालेलुया। ਕਿਹੜਾ ਕਰਮ ਕੀਤਾ ਸੀ? ਜਿਨ੍ਹਾਂ ਨੇ ਖੋਜ ਕੱਢਣ ਵਾਲੇ ਜਿਹੜੇ ਗਏ ਸਨ, ਉਹਨਾਂ ਨੂੰ ਰਹਾਬ ਨੇ ਛੁਪਾ ਰੱਖਿਆ ਸੀ। ਉਹਨਾਂ ਦੇ ਨਾਲ ਫਿਰ ਇੱਕ ਪ੍ਰੋਮਿਸ ਕੀਤਾ ਗਿਆ, ਮੰਨਤ ਮੰਨੀ ਗਈ ਔਰ ਇੱਕ ਵਾਅਦਾ ਕੀਤਾ ਗਿਆ, ਇਕਰਾਰ ਕੀਤਾ ਗਿਆ ਕਿ ਜਦੋਂ ਖੁਦਾਵੰਦ ਖੁਦਾ ਇਹ ਦੇਸ਼ ਸਾਨੂੰ ਦੇ ਦੇਵੇਗਾ, ਉਸ ਵਕਤ ਅਸੀਂ ਤੇਰੇ ਉੱਤੇ ਰਹਿਮ ਕਰਾਂਗੇ। ਬਸ ਆ ਜਿਹੜੀ ਡੋਰੀ ਹੈ ਆਪਣੇ ਬਾਹਰ ਦਰਵਾਜ਼ੇ ਦੇ ਬਾਹਰ ਲਟਕਾ ਛੱਡੀ, ਤਾਂ ਕਿ ਪਤਾ ਲੱਗ ਜਾਵੇ ਕਿ ਅਸੀਂ इस औरत ਨੂੰ ਬਖਸ਼ਣਾ, ਕਿਉਂਕਿ ਇਹ ਨਾ ਹੋਵੇ ਕਿ ਜਿਹੜਾ ਨਾ ਜਾਣਦਾ ਹੋਵੇ ਤੇਰੇ ਘਰ ਦੇ ਉੱਤੇ ਹਮਲਾ ਕਰ ਦੇਵੇ। ਔਰ ਇੱਥੇ ਫਿਰ ਯਹੋਸ਼ੂਆ ਹੁਕਮ ਕਰਦਾ ਹੈ ਕਿ ਉਸ ਔਰਤ ਦੀ ਹਿਫਾਜ਼ਤ ਕਰਨੀ ਹੈ ਜਿਹਨੇ ਸਾਡੇ ਭੇਜੇ ਹੋਏ ਲੋਕਾਂ ਨੂੰ ਸੇਵ ਕੀਤਾ ਸੀ, ਛੁਪਾ ਰੱਖਿਆ ਸੀਗਾ। और 25 वर्ष देखते हैं, यहोशूआ ने रहाब वेश्या और उसके पिता के घराने को वरन उस सब लोगों को जीवित छोड़ दिया, और आज तक उसका वंश इसराइलियों के बीच में रहता है, क्योंकि जो दूत यहोशूआ ने यरीहो के भेद को भेजे थे उनको उसने छिपा रखा था। हालेलुया। बार बार शब्द आ रहा, पहला ਅਸੀਂ शब्द पढ़िਆ कि ਉਹਨੇ ਉਹਨਾਂ ਨੂੰ ਛਿਪਾ ਦਿੱਤਾ। ਫਿਰ ਜਦੋਂ ਹਮਲਾ ਕਰਨ ਗਏ ਉਦੋਂ ਉਹਨੇ ਕਿਹਾ ਵੀ ਉਹਨੂੰ ਬਚਾਉਣਾ ਹੈ ਜਿਹਨੇ ਸਾਡੇ ਭੇਜਿਆ ਹੋਇਆਂ ਨੂੰ ਛਿਪਾ ਦਿੱਤਾ ਸੀ। ਔਰ ਇਸ ਵਕਤ ਇੱਥੇ ਵੀ ਦੁਬਾਰਾ 25 वर्ष ਚ ਉਸੇ ਗੱਲ ਨੂੰ ਦੁਬਾਰਾ ਰਿਪੀਟ ਕੀਤਾ ਜਾ ਰਿਹਾ ਆ ਕਿ ਉਹਦੇ ਘਰਾਣੇ ਨੂੰ ਜਿੰਨੇ ਵੀ ਲੋਕ ਸਨ ਉਹਨਾਂ ਨੂੰ ਬਚਾ ਰੱਖਿਆ, ਕਿਉਂਕਿ ਉਹਨੇ ਯਹੋਸ਼ੂਆ ਦੁਆਰਾ ਭੇਜੇ ਗਏ ਦੂਤਾਂ ਨੂੰ ਛਿਪਾ ਕੇ ਰੱਖਿਆ ਸੀ। ਹਾਲੇਲੂਇਆ। ਅੱਜ ਵੀ ਖੁਦਾ ਦੇ ਲੋਕਾਂ ਨੂੰ ਜਿਹੜੇ ਲੋਕ ਛਿਪਾ ਲੈਂਦੇ ਨੇ ਉਹਨਾਂ ਉੱਤੇ ਖੁਦਾ ਦਾ ਰਹਿਮ ਹੋ ਜਾਂਦਾ ਹੈ। ਔਰ ਸਭ ਤੋਂ ਖਾਸ ਗੱਲ ਇਹ ਜਿਹੜੀ ਯਿਸੂ ਮਸੀਹ ਨੇ ਗੱਲ ਕਹੀ ਕਿ ਤੁਹਾਡੇ ਨਾਲੋਂ ਪਹਿਲਾਂ ਮਸੂਲੀਅਤ ਤੇ ਵੈਸ਼ਿਆ ਸਵਰਗ ਦੀ ਬਾਦਸ਼ਾਹਤ ਦੇ ਵਿੱਚ ਹੋਣਗੇ। ਇਹਦਾ प्रूफ एक ਅਸੀਂ ਪੜਿਆ ਕਿ ਰਹਾਬ ਵੀ ਇੱਕ ਜਨਾਕਾਰ ਔਰਤ ਸੀ, ਲੇਕਿਨ ਪਰਮੇਸ਼ਵਰ ਦਾ ਭੈ ਮੰਨ ਲਿਆ ਔਰ ਆਪਣੇ ਪਾਪਾਂ ਤੋਂ ਤੌਬਾ ਕਰਦੀ ਹੋਈ ਨੇ ਪਰਮੇਸ਼ਵਰ ਦੇ ਲੋਕਾਂ ਨੂੰ ਕਬੂਲ ਕੀਤਾ, ਪਰਮੇਸ਼ਵਰ ਦੇ ਲੋਕਾਂ ਦੀ ਮਦਦ ਕੀਤੀ, ਔਰ ਉਹਦੀ ਮਦਦ ਦਾ ਇਹ ਨਤੀਜਾ ਨਿਕਲਿਆ। ਉਹ ਔਰਤ ਇੱਕ ਚੰਗੀ ਔਰਤ ਦੇ ਵਿੱਚ ਜਾਣੀ ਗਈ, ਉਹਦੇ ਪਾਪ ਪਰਮੇਸ਼ਵਰ ਨੇ ਮਾਫ ਕਰ ਦਿੱਤੇ, ਉਹਦੇ ਗੁਨਾਹਾਂ ਨੂੰ ਪਰਮੇਸ਼ਵਰ ਨੇ ਛਿਪਾ ਦਿੱਤਾ। ਕਿਸ ਤਰ੍ਹਾਂ ਛਿਪਾ ਦਿੱਤਾ? ਜਿਵੇਂ ਉਹਨੇ ਉਹਨਾਂ ਦੇ ਭੇਜੇ ਹੋਏ ਦੂਤਾਂ ਨੂੰ ਛਿਪਾਇਆ ਸੀ, ਉਸੇ ਤਰ੍ਹਾਂ ਪਰਮੇਸ਼ਵਰ ਨੇ ਵੀ ਉਹਦੇ ਸਾਰੇ ਗੁਨਾਹਾਂ ਨੂੰ ਹਮੇਸ਼ਾ ਦੇ ਲਈ ਛਿਪਾ ਦਿੱਤਾ। ਔਰ ਆਸ਼ੀਸ਼ ਕੀ ਦਿੱਤੀ, ਲਿਖਿਆ ਕਿ ਅੱਜ ਤੱਕ ਰਹਾਬ ਜਨਾਕਾਰ ਔਰਤ ਦਾ ਘਰਾਣਾ ਇਸਰਾਇਲੀਆਂ ਦੇ ਵਿੱਚ ਵਸਦਾ ਹੈ। ਹਾਲੇਲੂਇਆ। ਕੋਈ ਛੋਟੀ ਆਸ਼ੀਸ਼ ਨਹੀਂ ਸੀ, ਕੋਈ ਛੋਟੀ ਬਰਕਤ ਨਹੀਂ ਸੀ। ਇਹ ਕੋਈ ਛੋਟੀ ਗੱਲ ਨਹੀਂ ਹੈ ਕਿ ਇਸਰਾਇਲੀਆਂ ਦੇ ਵਿੱਚ ਕੋਈ ਦੂਸਰੇ ਇਲਾਕੇ ਦਾ ਬੰਦਾ ਆ ਕੇ ਵਸੇ, ਕਿਉਂਕਿ ਪਰਮੇਸ਼ਵਰ ਦੀ ਮਰਜ਼ੀ ਤੋਂ ਬਿਨਾ ਪਰਮੇਸ਼ਵਰ ਦਾ ਹੁਕਮ ਸੀ ਕਿ ਕਿਸੇ ਵੀ ਬਾਹਰੀ ਲੋਕਾਂ ਦੇ ਨਾਲ ਤੁਸੀਂ ਮੇਲ ਜੋਲ ਵੀ ਨਹੀਂ ਰੱਖਣਾ। ਪਰ ਉਹ ਜਿਹੜੇ ਲੋਕ ਪਰਮੇਸ਼ਵਰ ਦੇ ਉੱਤੇ ਵਿਸ਼ਵਾਸ ਕਰ ਲੈਂਦੇ ਹਨ, ਉਹ ਫਿਰ ਇਸਰਾਇਲ ਦੀ ਗਿਣਤੀ ਦੇ ਵਿੱਚ ਸ਼ਾਮਲ ਹੋ ਜਾਂਦੇ ਹਨ। ਅਸੀਂ ਪੜਾਂਗੇ ਨਿਆਂਇਆਂ ਦੀ ਕਿਤਾਬ ਉਹਦਾ 11 ਅਧਿਆਇ, ਉਹਦੀ 1 ਤੋਂ ਲੈ 1 वर्ष और 3 वर्ष। ਜਲਦੀ ਜਲਦੀ। ਗਿਲਿਆਦ ਵਿੱਚ ਜਿਫਤਾ ਨਾਮੇ ਇੱਕ ਮਨੁੱਖ ਵੱਡਾ ਸੂਰਮਾ ਸੀ। ਸੁਣੋ ਜੀ, ਇਹ ਗਿਲਿਆਦ ਦੇ ਵਿੱਚ ਜਿਫਤਾ ਨਾਮੇ ਮਨੁੱਖ ਇੱਕ ਵੱਡਾ ਸੂਰਮਾ ਸੀ। ਇਹ ਵੱਡਾ ਸੂਰਮਾ ਸੀ ਤੇ ਪੈਦਾਇਸ਼ ਕਿਹਦੀ ਸੀ? ਪੜਾਂਗੇ ਅੱਗੇ। ਉਹ ਇੱਕ ਕੰਜਰੀ ਦਾ ਜਣਿਆ ਹੋਇਆ ਸੀ। ਕਿਹਦਾ ਜਣਿਆ ਹੋਇਆ ਸੀ?
ਇੱਕ ਵੈਸ਼ਿਆ ਇੱਕ ਜਨਾਹਕਾਰ ਔਰਤ ਦੀ ਸੰਤਾਨ ਸੀ। ਹੁਣ ਉੱਪਰੋਂ ਦੇਖਿਆ ਜਾਵੇ ਤੇ ਜਨਾਹਕਾਰ ਔਰਤ ਦੀ ਸੰਤਾਨ ਨੂੰ ਵੀ ਦੁਨੀਆ ਘਿਨੌਣੀ ਨਜ਼ਰ ਦੇ ਨਾਲ ਵੇਖਦੀ ਆ। ਔਰ ਕੀ ਅਸੀਂ ਵਰਸ ਪੜ੍ਹੀ ਆ, ਮਸੂਲੀਏ ਤੇ ਜਨਾਹਕਾਰ ਔਰਤਾਂ ਤੁਹਾਡੇ ਨਾਲੋਂ ਪਹਿਲਾਂ ਸਵਰਗ ਦੇ ਬਾਦਸ਼ਾਹ ਦੇ ਵਿੱਚ ਹੋਣਗੀਆਂ। ਪੰਜਾਬੀ ਦੇ ਵਿੱਚ ਲਫ਼ਜ਼ ਜਿਹੜਾ ਥੋੜਾ ਜਿਹਾ ਘਿਨੌਣਾ ਜਿਹਾ ਲੱਗਦਾ, ਸਰਕਲ ਨੂੰ ਜ਼ਿਆਦਾ ਅਸੀਂ ਇਸਤੇਮਾਲ ਨਹੀਂ ਕਰਦੇ। ਵੈਸ਼ਿਆ, ਜਨਾਹਕਾਰ ਔਰਤ, ਬੁਰੀ ਔਰਤ ਤੇ ਮਸੂਲੀਏ ਜਿਹੜੇ ਉਸ ਸਮੇਂ ਦੇ ਵਿੱਚ ਬੁਰੇ ਮੰਨੇ ਜਾਂਦੇ ਸਨ। ਯਿਸੂ ਮਸੀਹ ਨੇ ਕਿਹਾ ਹੈ ਆਪਣੇ ਆਪ ਨੂੰ ਧਰਮੀ ਸਮਝਣ ਵਾਲੇ ਲੋਕੋ, ਤੁਹਾਡੇ ਨਾਲੋਂ ਪਹਿਲਾਂ ਇਹ ਸਵਰਗ ਦੀ ਬਾਦਸ਼ਾਹ ਦੇ ਵਿੱਚ ਹੋਣਗੇ। ਔਰ ਅਸੀਂ ਦੇਖਦੇ ਹਾਂ ਕਿ ਜਿਫਤਾ ਨਾਮੇ ਸੂਰਮਾ ਜਿਹਦਾ ਜ਼ਿਕਰ ਬਾਈਬਲ ਵਿੱਚ ਆਇਆ, ਔਰ ਇਹਦੇ ਲਫ਼ਜ਼ ਦੇ ਨਾਲ ਸੂਰਮਾ ਲਿਖ ਦੇਣਾ ਹੀ ਬੜਾ ਇੱਕ ਵੱਡੀ ਗੱਲ ਹੈਗਾ। ਤੇ ਇਹ ਜਨਾਹਕਾਰ ਔਰਤ ਦੀ ਸੰਤਾਨ ਸੀ, ਪਰ ਪਰਮੇਸ਼ਵਰ ਦੇ ਲਈ ਬੜਾ ਜ਼ਬਰਦਸਤ ਕੰਮ ਕਰਕੇ ਗਿਆ। ਹਾਲੇਲੂਇਆ। ਪਰਮੇਸ਼ਵਰ ਦੇ ਲਈ ਐਸਾ ਵਫਾਦਾਰ ਸੀ, ਹੈ ਜਨਾਹਕਾਰ ਔਰਤ ਦੀ ਸੰਤਾਨ ਪਰ ਪਰਮੇਸ਼ਵਰ ਦੇ ਲਈ ਵਫਾਦਾਰ। ਪਰ ਅੱਜ ਕਈ ਵਾਰੀ ਧਰਮੀ ਦੀ ਸੰਤਾਨ ਹੁੰਦੇ ਪਰ ਪਰਮੇਸ਼ਵਰ ਦੇ ਲਈ ਬੇਵਫਾ ਹੁੰਦੇ। ਲਿਖਿਆ ਏਲੀ ਦੇ ਪੁੱਤਰ ਬੇਸ਼ੱਕ ਜਾਜਕ ਸੀ ਪਰ ਪਰਮੇਸ਼ਵਰ ਦੇ ਕੰਮ ਦੇ ਲਿਖਿਆ ਸ਼ੈਤਾਨੀ ਪੁੱਤਰ ਸਨ। ਇਹਦਾ ਮਤਲਬ ਜਾਜਕ ਦੇ ਘਰ ਪੈਦਾ ਹੋ ਕੇ ਕੋਈ ਧਰਮੀ ਨਹੀਂ ਹੋ ਸਕਦਾ, ਤੇ ਜਨਾਹਕਾਰ ਔਰਤ ਦੇ ਘਰ ਪੈਦਾ ਹੋ ਕੇ ਕੋਈ ਜ਼ਰੂਰੀ ਨਹੀਂ ਹੈ ਕਿ ਉਹ ਜਨਾਹਕਾਰ ਹੀ ਠਹਿਰੇ ਜਾਓ, ਦੁਸ਼ਟ ਠਹਿਰੇ ਜਾਓ, ਪਾਪੀ ਠਹਿਰੇ। ਪਰਮੇਸ਼ਵਰ ਜਨਾਹਕਾਰ ਔਰਤ ਦੇ ਬੱਚੇ ਨੂੰ ਧਰਮੀਆਂ ਦੀ ਗਿਣਤੀ ਚ ਲਿਆ ਸਕਦਾ ਆ, ਤੇ ਜਿਹੜਾ ਉਹਦੀ ਨਜ਼ਰ 'ਚ ਬੁਰਾ ਪੈ ਜਾਵੇ ਫਿਰ ਉਹਨੂੰ ਉਹ ਦੁਸ਼ਟਾਂ ਦੀ ਗਿਣਤੀ ਦੇ ਵਿੱਚ ਵੀ ਸ਼ਾਮਿਲ ਕਰ ਸਕਦਾ ਆ। ਇੱਥੇ ਦੇਖਦੇ ਹਾਂ ਕਿ ਇੱਕ ਜਨਾਹਕਾਰ ਔਰਤ ਦਾ ਪੁੱਤਰ ਸੂਰਮਾ ਹੈ ਜਿਹਨੂੰ ਪਰਮੇਸ਼ਵਰ ਨੇ ਆਪਣੀ ਕੌਮ ਦੇ ਲਈ ਚੁਣਿਆ ਔਰ ਠਹਿਰਾਇਆ। ਔਰ ਦੂਸਰੇ ਪਾਸੇ ਅਸੀਂ ਦੇਖਦੇ ਹਾਂ ਕਿ ਏਲੀ ਦਾ ਪੁੱਤਰ ਜਿਹੜੇ ਸਨ ਉਹ ਸ਼ੈਤਾਨੀ ਪੁੱਤਰ ਸਨ। ਪਰਮੇਸ਼ਵਰ ਨੇ ਉਹਦੀ ਵਜ੍ਹਾ ਕਰਕੇ ਉਹਨਾਂ ਨੂੰ ਵੀ ਮਾਰਿਆ ਤੇ ਨਾਲ ਏਲੀ ਨੂੰ ਵੀ ਬਖਸ਼ਿਆ। ਏਲੀ ਨੂੰ ਵੀ ਬਖਸ਼ਿਆ ਨਹੀਂ। ਏਲੀ ਨੂੰ ਕਿਉਂ ਨਹੀਂ ਬਖਸ਼ਿਆ? ਕਿਉਂਕਿ ਏਲੀ ਨੇ ਉਹਨਾਂ ਨੂੰ ਡਾਂਟਿਆ ਨਹੀਂ, ਏਲੀ ਨੇ ਉਹ ਕੰਮ ਕਰਨ ਤੋਂ ਉਹਨਾਂ ਨੂੰ ਰੋਕਿਆ ਨਹੀਂ ਜਿਹੜੇ ਪਰਮੇਸ਼ਵਰ ਦੀ ਨਜ਼ਰ ਦੇ ਵਿੱਚ ਘਿਨੌਣੇ ਸਨ। ਇਸ ਬੱਚੇ ਦੀ ਮਾਂ ਜਨਾਹਕਾਰ ਤੇ ਹੋ ਸਕਦੀ ਹੈ। ਉਹ ਜਨਾਹਕਾਰੀ ਕਿਸ ਤਰ੍ਹਾਂ ਹੋਈ ਹੋਵੇਗੀ, ਉਹਦੇ ਕੋਲ ਜਨਾਹਕਾਰੀ ਚ ਕਿਉਂ ਗਈ ਹੋਵੇਗੀ, ਇਹ ਇੱਕ ਵੱਖਰਾ ਮੈਟਰ ਹੈ। ਪਰ ਇਹ ਦੇਖਦੇ ਆ ਕਿ ਬੇਸ਼ੱਕ ਜਨਾਹਕਾਰ ਔਰਤ ਦੀ ਸੰਤਾਨ ਸੀ, ਪਰ ਤਾਲੀਮ ਜਿਹੜੀ ਉਸ ਜਨਾਹਕਾਰ ਔਰਤ ਨੇ ਦਿੱਤੀ ਉਹ ਬੜੀ ਕੀਮਤੀ ਸੀ। ਹਾਲੇਲੂਇਆ। ਤਾਲੀਮ ਦੇਣ ਵਿੱਚ ਉਹਨੇ ਕੋਈ ਕਮੀ ਨਹੀਂ ਛੱਡੀ। ਉਹਨੇ ਦੱਸਿਆ ਹੋਵੇਗਾ ਸ਼ਾਇਦ ਇਸ ਪੇਸ਼ੇ ਦੇ ਵਿੱਚ ਆਉਣਾ ਮੇਰੀ ਮਜਬੂਰੀ ਬਣ ਗਿਆ ਸੀ, ਸ਼ਾਇਦ ਇਹ ਪੇਸ਼ਾ ਮੈਂ ਕਰਨਾ ਨਹੀਂ ਸੀ ਚਾਹੁੰਦੀ ਪਰ ਮੇਰੇ ਕੋਲੋਂ ਹੋ ਗਿਆ। ਮੈਂ ਪਰਮੇਸ਼ਵਰ ਦੇ ਅੱਗੇ ਤੌਬਾ ਕੀਤੀ ਆ, ਪਰ ਮੈਂ ਹੁਣ ਇਹ ਨਹੀਂ ਚਾਹੁੰਦੀ ਕਿ ਮੇਰੀ ਆਉਣ ਵਾਲੀ ਸੰਤਾਨ ਵੀ ਇਹੋ ਜਿਹੇ ਕਿਸੇ ਪਾਪ ਦੇ ਵਿੱਚ ਜ਼ਿੰਦਗੀ ਗੁਜ਼ਾਰੇ। ਇਸ ਕਰਕੇ ਇਸ ਬੱਚੇ ਨੂੰ ਸਹੀ ਤਾਲੀਮ ਦੇ ਕੇ ਉਹਨੇ ਇੱਕ ਜ਼ਬਰਦਸਤ ਸੂਰਮਾ ਬਣਾਇਆ। ਔਰ ਖੁਦਾਵੰਦ ਖੁਦਾ ਇਸ ਬੱਚੇ ਨੂੰ ਦਿਲ ਤੋਂ ਜਾਣਦਾ ਆ। ਹੁਣ ਖੁਦਾ ਨੂੰ ਇਹ ਨਹੀਂ ਮਤਲਬ ਕਿ ਸੰਤਾਨ ਕਿਹਦੀ ਹੈ। ਤੇ ਆਮ ਸਾਡੇ ਕਹਾਵਤ ਨਹੀਂ, ਚੋਰ ਦਾ ਪੁੱਤਰ ਚੋਰ ਹੀ ਹੁੰਦਾ ਹੀ, ਠੱਗ ਦਾ ਪੁੱਤਰ ਠੱਗ ਹੀ ਹੁੰਦਾ ਹੀ, ਘਾਈਆਂ ਦੇ ਪੁੱਤਰਾਂ ਨੇ ਘਾਹ ਹੀ ਖੋਦਣਾ ਜੀ। ਬੜੀਆਂ ਸਾਰੀਆਂ ਅਸੀਂ ਉਦਾਹਰਨਾਂ ਦੇ ਦਿੰਦੇ ਆ, ਲੇਕਿਨ ਇਤਿਹਾਸ ਬਦਲਣ ਲੱਗਿਆ ਦੇਰ ਨਹੀਂ ਲੱਗੀ। ਕਈ ਕਾਫਰ ਸੰਤ ਬਣ ਗਏ ਤੇ ਕਈ ਸੰਤ ਜਿਹੜੇ ਸੀਗੇ ਉਹ ਕਾਫਰ ਹੋ ਗਏ। ਵਕਤ ਦਾ ਤਕਾਜ਼ਾ ਕਦੋਂ ਕਿਸ ਪਾਸੇ ਨੂੰ ਰੁਖ ਮੋੜ ਦੇਵੇ ਇਹ ਕਦੇ ਕਿਸੇ ਨੂੰ ਪਤਾ ਨਹੀਂ ਹੁੰਦਾ। ਜਦੋਂ ਇਹਦੀ ਪੈਦਾਇਸ਼ ਹੋਈ ਹੋਵੇਗੀ ਕਿਸੇ ਨੇ ਕਦੇ ਸੋਚਿਆ ਨਹੀਂ ਹੋਵੇਗਾ ਕਿ ਜਿਫਤਾ ਬਾਈਬਲ ਦੇ ਵਿੱਚ ਇੱਕ ਸੂਰਮਾ ਕਰਕੇ ਕਹਿਲਾਵੇਗਾ, ਇੱਕ ਇਤਿਹਾਸ ਬਣੇਗਾ, ਇੱਕ ਹਿਸਟਰੀ ਬਣ ਜਾਵੇਗੀ ਜਿਫਤਾ ਦੀ। ਕਿਸੇ ਨੂੰ ਪਤਾ ਨਹੀਂ ਸੀ। ਔਰ ਇਹ ਉਹੀ ਜਿਫਤਾ ਹੈ ਜਿਹਦੇ ਬਾਰੇ ਅੱਗੇ ਜਾ ਕੇ ਖੂਬੀ ਅਸੀਂ ਦੇਖਦੇ ਹਾਂ ਕਿ ਜਦੋਂ ਪਰਮੇਸ਼ਵਰ ਦੇ ਲਈ ਕੰਮ ਸ਼ੁਰੂ ਕੀਤਾ ਤੇ ਲਿਖਿਆ ਦੁਸ਼ਮਣਾਂ ਨਾਲ ਯੁੱਧ ਕਰਨ ਗਿਆ ਤੇ ਫਿਰ ਸੁੱਕਣਾ ਸੁੱਕੀ ਕਿ ਜਿਹੜਾ ਮੇਰੇ ਘਰ ਦੇ ਦਰਵਾਜ਼ੇ ਉੱਤੇ ਮੈਨੂੰ ਵਾਪਸੀ ਤੇ ਮਿਲੇ ਮੈਂ ਉਹਨੂੰ ਕੁਰਬਾਨ ਕਰਾਂਗਾ। ਔਰ ਲਿਖਿਆ ਜਦੋਂ ਯੁੱਧ ਜਿੱਤ ਕੇ ਵਾਪਸ ਆਇਆ ਤੇ ਇਕਲੌਤੀ ਧੀ ਉਹਨੂੰ ਦਰਵਾਜ਼ੇ ਦੇ ਉੱਤੇ ਆਣ ਮਿਲੀ। ਔਰ ਫਿਰ ਪਰਮੇਸ਼ਵਰ ਦੇ ਉਸ ਕੀਤੇ ਹੋਏ ਇਕਰਾਰ ਦੇ ਨਾਲ ਜਿਹੜਾ ਉਹਨੇ ਕੀਤਾ ਸੀ ਪਰਮੇਸ਼ਵਰ ਨਾਲ ਇਕਰਾਰ, ਉਹਨੂੰ ਭੁੱਲਿਆ ਨਹੀਂ। ਜੈਸਾ ਕਿਹਾ ਸੀ ਉਸੇ ਮੁਤਾਬਕ ਫਿਰ ਉਹਨੇ ਕੁਝ ਸਮੇਂ ਬਾਅਦ ਆਪਣੀ ਬੇਟੀ ਨੂੰ ਕੁਰਬਾਨ ਕੀਤਾ। ਇਹ ਕੰਜਰੀ ਦੀ ਸੰਤਾਨ ਸੀ, ਪੰਜਾਬੀ ਦੇ ਵਿੱਚ ਕਹੀਏ ਇਹ ਵੈਸ਼ਿਆ ਦੀ ਸੰਤਾਨ ਸੀ, ਇਹ ਜਨਾਹਕਾਰ ਔਰਤ ਦੀ ਸੰਤਾਨ ਸੀ। ਪਰ ਕੰਮ ਉਹ ਕਰ ਗਿਆ ਜਿਹੜਾ ਪਰਮੇਸ਼ਵਰ ਦੇ ਲੇਖੇ ਇੱਕ ਬਹੁਮੁੱਲੇ ਗਿਣਿਆ ਗਿਆ। ਇਸ ਲਈ ਇਸ ਸੂਰਮੇ ਦਾ ਨਾਮ ਬਾਈਬਲ ਦੇ ਵਿੱਚ ਅੱਜ ਵੀ ਲਿਆ ਜਾਂਦਾ ਹੈ। ਔਰ ਜਦੋਂ ਤੱਕ ਇਹ ਦੁਨੀਆ ਰਹੇਗੀ ਜਿਫਤਾ ਨੂੰ ਲੋਕ ਜਾਣਦੇ ਰਹਿਣਗੇ, ਯਾਦ ਕਰਦੇ ਰਹਿਣਗੇ। ਇਸ ਲਈ ਕਿ ਬੇਸ਼ੱਕ ਪੈਦਾ ਤਾਂ ਹੋਇਆ ਸੀ ਜਨਾਹਕਾਰ ਔਰਤ ਦੇ ਘਰ ਦੇ ਵਿੱਚ, ਲੇਕਿਨ ਕੰਮ ਉਹ ਕੀਤੇ ਜਿਹੜੇ ਪਰਮੇਸ਼ਵਰ ਨੂੰ ਦੇ ਮਨ ਨੂੰ ਭਾਉਂਦੇ ਸਨ। ਇਸ ਲਈ ਯਿਸੂ ਕਹਿੰਦਾ ਸਵਰਗੀ ਬਾਦਸ਼ਾਹ ਦੇ ਵਿੱਚ ਮਸੂਲੀਏ ਤੇ ਕੰਜਰੀਆਂ ਤੁਹਾਡੇ ਨਾਲੋਂ ਪਹਿਲਾਂ ਹੋਣਗੀਆਂ। ਦਾ ਮਤਲਬ ਇਹ ਨਹੀਂ ਕਿ ਕੰਜਰੀਆਂ ਰਹਿਣਗੀਆਂ ਤੇ ਹੋਣਗੀਆਂ।
ਜਨਾਕਾਰ ਰਹਿਣਗੀਆਂ ਤੇ ਹੋਣਗੀਆਂ ਵੈਸ਼ਿਆ ਰਹੇਗੀ ਨਹੀਂ। ਪਰਮੇਸ਼ਵਰ ਨੂੰ ਪਹਿਚਾਨ ਲਵੇ ਤੇ ਆਪਣੇ ਗੁਨਾਹਾਂ ਤੋਂ ਤੌਬਾ ਕਰਕੇ ਮੁੜ ਆਵੇ ਤੇ ਪਰਮੇਸ਼ਵਰ ਉਸੇ ਵੈਸ਼ਿਆ ਨੂੰ, ਇੱਕ ਰਹਾਬ ਵੈਸ਼ਿਆ ਸੀ ਲੇਕਿਨ ਉਹਨੇ ਇੱਕ ਪਵਿੱਤਰ ਨਾਮ ਦੇ ਕੇ ਇਸ ਜਹਾਨ ਦੇ ਵਿੱਚ ਉਹਦਾ ਇੱਕ ਬਹੁਮੁੱਲੇ ਨਾਮ ਬਣਾ ਸਕਦਾ ਹੈ, ਉਹਨੂੰ ਇੱਕ ਪਹਿਚਾਨ ਦੀ ਤੌਰ ਤੇ ਠਹਿਰਾ ਸਕਦਾ ਹੈ ਔਰ ਦੱਸ ਸਕਦਾ ਹੈ ਕਿ ਮੇਰੇ ਇੰਤਜ਼ਾਮ ਦੇ ਵਿੱਚ ਅਗਰ ਵੈਸ਼ਿਆ ਵੀ ਆਵੇ ਔਰ ਅਗਰ ਉਹ ਆਪਣੇ ਪਾਪਾਂ ਤੋਂ ਤੌਬਾ ਕਰਕੇ ਮੇਰੇ ਲਈ ਜਾਂ ਮੇਰੇ ਲੋਕਾਂ ਲਈ ਕੁਛ ਕਰੇ ਤੇ ਮੈਂ ਉਹਦੇ ਸਾਰੇ ਪਾਪਾਂ ਨੂੰ ਉਸੇ ਤਰ੍ਹਾਂ ਛੁਪਾ ਦਿਆਂਗਾ ਜਿਵੇਂ ਮੈਂ ਰਹਾਬ ਦੇ ਸਾਰੇ ਗੁਨਾਹਾਂ ਨੂੰ ਛੁਪਾ ਦਿੱਤਾ ਸੀ। ਹਾਲੇਲੂਇਆ। ਸੋ ਅਸੀਂ ਰਹਾਬ ਦੇ ਬਾਰੇ ਵੀ ਦੇਖਿਆ, ਅਸੀਂ ਜਿਫਤਾ ਦੇ ਬਾਰੇ ਵੀ ਦੇਖਿਆ ਔਰ ਮੈਥਿਊ 9:9 ਦੇ ਵਿੱਚ ਪੜਾਂਗੇ खुदा का कलाम होर इस उत्ते की रोशनी पाना चाहता है। वहां से आगे बढ़कर यीशु ने मत्ती नाम एक मनुष्य को मसूल की चौकी पर बैठे देखा और उसे कहा मेरे पीछे हो ले। वह उठकर उसके पीछे हो लिया। हालेलुया। काम की कर रहा है जी? मसूलिया। ਕੰਮ ਮਸੂਲੀਅਤ ਤੇ ਯਿਸੂ ਮਸੀਹ ਕਹਿੰਦਾ ਮਸੂਲੀਅਤ ਤੇ ਜਨਾਕਾਰ ਔਰਤਾਂ ਤੁਹਾਡੇ ਨਾਲੋਂ ਪਹਿਲਾਂ ਸਵਰਗ ਦੀ ਬਾਦਸ਼ਾਹ ਦੇ ਵਿੱਚ ਦਾਖਲ ਹੋਣਗੀਆਂ। ਹਾਲੇਲੂਇਆ। ਬੜੇ ਬੜੇ ਧਰਮੀਆਂ ਨੂੰ ਵੀ ਯਿਸੂ ਮਸੀਹ ਨੇ ਆਵਾਜ਼ ਦਿੱਤੀ ਹੋਵੇਗੀ ਕਿਉਂਕਿ ਬਾਈਬਲ 'ਚ ਲਿਖਿਆ ਸਭ ਕੁਝ ਨਹੀਂ ਲਿਖਿਆ ਗਿਆ। ਬੜੇ ਬੜੇ ਫਕੀਆਂ ਫਰੀਸੀਆਂ ਦੇ ਨਾਲ ਜਾਜਕਾਂ ਦੇ ਨਾਲ ਯਿਸੂ ਮਸੀਹ ਦੀ ਵਾਰਤਾਲਾਪ ਹੋਈ। ਤੁਹਾਡਾ ਕੀ ਖਿਆਲ ਕਿ ਉਹਨਾਂ ਨੂੰ ਨਹੀਂ ਕਿਹਾ ਹੋਵੇਗਾ ਕਿ ਤੁਸੀਂ ਸੁਧਰ ਜਾਓ? ਜਿੱਥੇ ਉਹਨਾਂ ਤੇ ਹਾਹਾਕਾਰਾਂ ਪਾ ਰਿਹਾ ਉਹ ਇਹੀ ਸਮਝਾ ਰਿਹਾ ਕਿ ਬੰਦੇ ਬਣ ਜਾਓ, ਅਜੇ ਵਕਤ ਹੈਗਾ ਆ, ਅਜੇ ਮੌਕਾ ਹੈਗਾ, ਵਾਪਸ ਆ ਜਾਓ। ਉਹਨਾਂ ਨੂੰ ਇੰਨੀਆਂ ਦਲੀਲਾਂ ਦੇ ਕੇ ਕਲਾਮ ਦੀਆਂ ਇੰਨੀਆਂ ਸਚਾਈਆਂ ਦਸੀਆਂ, ਫਿਰ ਵੀ ਉਹ ਯਿਸੂ ਮਸੀਹ ਦੇ ਮਗਰ ਚੱਲਣ ਦੇ ਵਾਸਤੇ ਤਿਆਰ ਨਹੀਂ ਹੋਏ। ਤੇ ਇਸ ਬੰਦੇ ਦੇ ਨਾਲ ਕੋਈ ਯਿਸੂ ਨੇ ਜ਼ਬਰਦਸਤੀ ਨਹੀਂ ਕੀਤੀ। कि वहां से आगे बढ़कर यीशु ने मत्ती नामे एक मनुष्य को जो मसूल की चौकी पर बैठा देखा, उससे कहा मेरे पीछे हो ले। वह उठकर उसके पीछे हो लिए। कुछ नहीं पूछे। मसूलिये दे अंदर वो आवाज पहुंची जिहड़ी जिंदगी देने वाली आवाज सी, ते मसूलिये ने उस आवाज नूं पहचान लिया, उसकी आवाज की कशिश नूं पहचान लिया। मसूलिये नूं पता लग गया कि यह आम आवाज नहीं है, और उस आवाज नूं सुन के मसूलिया एक मिनट दे लिए भी उस अपनी गद्दी उत्ते बैठिया नहीं रह सकिया। लिखिया तुरंत वो यीशु मसीह दे पिछे चल पिया। इसलिए यीशु मसीह कहंदा मसूलिये तुहाडे नालों पहला स्वर्ग दी बादशाह च होणगे। लूका दी इंजील 19 अध्याय 1 तो 10 वर्ष तक ਅਸੀਂ पढ़ते हैं कि यीशु मसीह यरीहो ਦੇ ਵਿੱਚੋਂ ਦੀ ਹੋ ਕੇ ਗੁਜ਼ਰ ਰਿਹਾ ਸੀਗਾ। ਉੱਥੇ ਇੱਕ ਜਕਈ ਨਾਮੇ ਇੱਕ ਮਨੁੱਖ ਸੀ ਜਿਹੜਾ ਮਸੂਲੀਆ ਸੀ। ਹਾਲੇਲੂਇਆ। ਪੜ੍ਹ ਲਵਾਂਗੇ ਇੱਕ ਵਾਰੀ ਤਾਂ ਕਿ ਥੋੜਾ ਹੋਰ ਕਲੀਅਰ ਹੋ ਜਾਵੇ। ਲੂਕਾ ਦੀ ਇੰਜੀਲ 19 ਅਧਿਆਇ ਉਹਦੀ 1 ਤੋਂ 10 ਵਰਸ ਤੱਕ। ਉਹ ਯਰੀਹੋ ਦੇ ਅੰਦਰ ਜਾ ਕੇ ਵਿੱਚੋਂ ਦੀ ਲੰਘ ਰਿਹਾ ਸੀ। ਯਰੀਹੋ ਦੇ ਅੰਦਰ ਗਿਆ ਤੇ ਫਿਰ ਉਹਦੇ ਵਿੱਚੋਂ ਦੀ ਲੰਘ ਰਿਹਾ। ਪਰ ਵੇਖੋ ਜਕੀ ਨਾਮ ਦਾ ਇੱਕ ਪੁਰਖ ਸੀ ਜਿਹੜਾ ਮਸੂਲੀਆਂ ਦਾ ਸਰਦਾਰ। ਜਕੀ ਨਾਮ ਦਾ ਇੱਕ ਪੁਰਖ ਸੀ ਜਿਹੜਾ ਮਸੂਲੀਆ ਹੀ ਨਹੀਂ ਬਲਕਿ ਮਸੂਲੀਆਂ ਦਾ ਕੀ ਸੀਗਾ? ਇਹ ਸਰਦਾਰ। ਮੱਤੀ ਬਾਰੇ ਕੀ ਲਿਖਿਆ? ਮੱਤੀ ਮਸੂਲੀਆ ਸੀ, ਪਰ ਇਹ ਕੀ ਸੀਗਾ? ਮਸੂਲੀਆ ਤੇ ਸਰਦਾਰ। ਇਹ ਤੇ ਮਸੂਲੀਆਂ ਦਾ ਵੀ ਸਰਦਾਰ ਸੀਗਾ। ਕਹਿਣ ਦਾ ਭਾਵ ਹੈ ਵੀ ਇੱਕ ਗੁਨੇਗਾਰ ਤੇ ਇੱਕ ਗੁਨੇਗਾਰਾਂ ਦਾ ਉਸਤਾਦ। ਹਾਲੇਲੂਇਆ। ਧੰਨਵਾਦ ਸੀ। ਤੇ ਉਸਨੇ ਯਿਸੂ ਨੂੰ ਵੇਖਣ ਦਾ ਯਤਨ ਕੀਤਾ। ਸਭ ਤੋਂ ਪਹਿਲਾਂ ਗੌਰ ਕਰੋ ਇਹ ਕਿੱਥੋਂ ਦੀ ਨਿਕਲ ਰਿਹਾ ਹੈ, ਕਿੱਥੇ ਪਹੁੰਚਿਆ? ਪਹਿਲਾਂ ਯਰੀਹੋ ਵਿੱਚ। ਸ਼ਬਦ ਦੇਖੋ ਕਿੱਥੇ ਹੈ? ਯਰੀਹੋ ਦੇ ਵਿੱਚ, ਸਰਾਪਤ ਇਲਾਕੇ ਦੇ ਵਿੱਚ ਯਿਸੂ ਮਸੀਹ ਨਿਕਲ ਰਿਹਾ ਹੈ। ਪਹਿਲਾਂ ਸਰਾਪਤ ਇਲਾਕੇ 'ਚ ਪਹੁੰਚਿਆ, ਫਿਰ ਸਰਾਪਤ ਇਲਾਕੇ ਦੇ ਵਿੱਚੋਂ ਦੀ ਨਿਕਲ ਰਿਹਾ ਸੀ। ਇਸ ਤੋਂ ਪਹਿਲਾਂ ਕਿ ਉਸ ਸਰਾਪਤ ਇਲਾਕੇ ਦੇ ਵਿੱਚੋਂ ਦੀ ਨਿਕਲ ਜਾਵੇ, ਇੱਕ ਘਟਨਾ ਵਾਪਰ ਗਈ। ਮਸੂਲੀਆਂ ਦਾ ਸਰਦਾਰ, ਆਮ ਬੰਦਾ ਨਹੀਂ, ਪਹਿਲਾਂ ਮਸੂਲੀਆ ਦੇਖਿਆ, ਹੁਣ ਮਸੂਲੀਆਂ ਦਾ ਸਰਦਾਰ ਪੜਾਂਗੇ ਜੀ। ਅਤੇ ਉਸਨੇ ਯਿਸੂ ਨੂੰ ਵੇਖਣ ਦਾ ਯਤਨ ਕੀਤਾ। ਅੱਜ ਕੀ ਕਰ ਰਿਹਾ ਜੀ? ਇਹ ਯਤਨ ਕਰ ਰਿਹਾ ਸਿਰਫ ਦੇਖਣ ਦਾ। ਹੋਰ ਇਹਦੀ ਕੋਈ ਤਮੰਨਾ ਨਹੀਂ, ਸਿਰਫ ਇਹ ਆ ਵੀ ਜਿਹਦੀ ਇੰਨੀ ਧੁੰਮ ਪਈ ਆ, ਜਿਹਦੇ ਨਾਮ ਦੇ ਬਾਰੇ ਇਹਨਾਂ ਸੁਣਿਆ, ਚਲੋ ਚੋਰੀ ਛਿਪਕੇ ਕਰਕੇ ਇਹਨੂੰ ਵੇਖ ਲੈਨੇ ਆ, ਕਿਉਂਕਿ ਉਹਦਾ ਗੁਨਾਹ ਉਹਨੂੰ ਇਸ ਚੀਜ਼ ਦੀ ਇਜਾਜ਼ਤ ਨਹੀਂ ਸੀ ਦੇ ਰਿਹਾ ਕਿ ਤੂੰ ਯਿਸੂ ਮਸੀਹ ਦੀਆਂ ਅੱਖਾਂ ਦੇ ਵਿੱਚ ਅੱਖਾਂ ਪਾ ਸਕੇ। ਉਹਦੇ ਪਾਪ ਜਿਹੜੇ ਸਨ ਉਹਨੂੰ ਰੋਕਦੇ ਸਨ, ਉਹਦੇ ਕੀਤੇ ਹੋਏ ਕਰਮ ਉਹਨੂੰ ਯਿਸੂ ਦੇ ਅੱਗੇ ਜਾਣ ਤੋਂ ਰੋਕਦੇ ਸਨ, ਤੇ ਉਹ ਡਰਦਾ ਸੀ ਕਿ ਕਿਤੇ ਪਬਲਿਕ ਦੇ ਵਿੱਚ ਯਿਸੂ ਮਸੀਹ ਮੇਰੇ ਗੁਨਾਹਾਂ ਨੂੰ ਮੇਰੇ ਤੋਂ ਚੁੱਕ ਨਾ ਦੇਵੇ, ਪਰਦੇ ਆ ਜਿਹੜਾ ਪਿਆ ਹੋਇਆ ਉਹਨੂੰ ਕਿਤੇ ਚੁੱਕ ਨਾ ਦੇਵੇ, ਨੰਗਿਆ ਨਾ ਕਰ ਦੇਵੇ ਮੈਨੂੰ। ਇਸ ਕਰਕੇ ਉਹਨੇ ਸੋਚਿਆ, ਇੱਕ ਪਲਾਨ ਕੀਤੀ ਕਿ ਘੱਟੋ ਘੱਟ ਚਲੋ ਜਿਹਦੇ ਬਾਰੇ ਇੰਨਾ ਸੁਣਿਆ ਉਹਨੂੰ ਵੇਖ ਹੀ ਲੈਨੇ ਆ ਕਿ ਉਹ ਮਹਾਨ ਸ਼ਖਸੀਅਤ ਕੌਣ ਆ ਤੇ ਕਿੱਦਾਂ ਦਾ ਕਰਮ ਕਰ ਰਹੇ। ਪੜਾਂਗੇ
ਕੌਣ ਹੈ ਪਰ ਭੀੜ ਦੇ ਕਾਰਨ ਵੇਖ ਨਾ ਸਕਿਆ ਕਿ ਜੋ ਕੱਦ ਦਾ ਕੱਦ ਦਾ ਕੀ ਸੀਗਾ ਇਹ? ਮੰਦਰਾ ਸੀ। ਅੱਜ ਕੱਦ ਦੇ ਵੀ ਮਧਰੇ ਲੋਕਾਂ ਦੇ ਲਈ ਬੜੀ ਵੱਡੀ ਮੁਸ਼ਕਲ ਬਣੀ ਹੋਈ ਹੈ। ਕੱਦ ਦਾ ਮਧਰਾ ਸਿਰਫ ਸਰੀਰ ਦੇ ਵਿੱਚ ਮਧਰੇ ਦੀ ਨਹੀਂ ਗੱਲ ਹੈਗੀ। ਪਾਸਟਰ ਕਰੈਲ ਨੇ ਇੱਕ ਵਾਰੀ ਬੜਾ ਜ਼ਬਰਦਸਤ ਸਬਜੈਕਟ ਛੇੜਿਆ ਸੀ, ਕੁਬੜੀ ਔਰਤ ਜਿਹੜੀ 18 ਸਾਲ ਦੀ ਸੀਗੀ, ਯਿਸੂ ਮਸੀਹ ਦੇ ਛੂਹਣ ਦੇ ਨਾਲ ਉਹਦਾ ਕੁੱਬ ਤੇ ਚੰਗਾ ਹੋ ਗਿਆ। ਪਰ ਉਹਨੇ ਕਿਹਾ ਵੀ ਇਹ ਬਾਹਰੀ ਕੁੱਬ ਦਾ ਚੰਗਾ ਹੋਣਾ ਕੋਈ ਵੱਡੀ ਗੱਲ ਨਹੀਂ ਹੈ। ਇਹ ਤੇ ਹੋਰ ਵੀ ਅਸੀਂ ਬੜੇ ਇਤਿਹਾਸ ਪੜ੍ਹਦੇ ਆ, ਬੜੇ ਕੁੱਬੇ ਲੋਕ ਆ ਜਿਹੜੇ ਸਿੱਧੇ ਕਰ ਦਿੱਤੇ ਗਏ ਆ। ਪਰ ਉਹਨੇ ਕਿਹਾ ਸ਼ੈਤਾਨ ਨੇ ਲੋਕਾਂ ਨੂੰ ਐਸੇ ਐਸੇ ਕੁੱਬ ਪਾਏ ਹੋਏ ਆ ਵੀ ਇਹ ਕੁੱਬ ਤੇ ਸਿੱਧਾ ਹੋ ਜਾਂਦਾ ਹੈ, ਪਰ ਜਿਹੜੇ ਉਹਨੇ ਕੁੱਬੇ ਉਦਾਂ ਕੀਤੇ ਹੋਏ ਆਤਮਿਕ ਤੌਰ ਦੇ ਤੇ ਉਹਨਾਂ ਦਾ ਸਿੱਧਾ ਹੋਣਾ ਬੜਾ ਮੁਸ਼ਕਲ ਹੈ। ਇਹ ਕੱਦ ਦਾ ਛੋਟਾ ਹੈ ਲੇਕਿਨ ਇਰਾਦਿਆਂ ਦਾ ਮਜ਼ਬੂਤ ਇਨਸਾਨ ਆ। ਅੱਜ ਕੱਦ ਦਾ ਛੋਟਾ ਹੋਣਾ ਮਤਲਬ ਸਾਡੀਆਂ ਕਈ ਚੀਜ਼ਾਂ ਨੂੰ ਦਿਖਾਉਂਦਾ। ਹੋ ਸਕਦਾ ਅਸੀਂ ਤਾਲੀਮ ਦੇ ਵਿੱਚ ਛੋਟੇ ਹੋਈਏ, ਹੋ ਸਕਦਾ ਅਸੀਂ ਗਿਆਨ ਦੇ ਵਿੱਚ ਛੋਟੇ ਹੋਈਏ, ਹੋ ਸਕਦਾ ਅਸੀਂ ਪ੍ਰਾਰਥਨਾ ਕਰਨ ਦੇ ਵਿੱਚ ਦੂਸਰਿਆਂ ਨਾਲ ਛੋਟੇ ਹੋਈਏ, ਹੋ ਸਕਦਾ ਅਸੀਂ ਬਾਈਬਲ ਪੜ੍ਹਨ ਦੇ ਵਿੱਚ ਦੂਸਰਿਆਂ ਨਾਲ ਛੋਟੇ ਹੋਈਏ। ਐਸੇ ਬਹੁਤ ਸਾਰੇ ਆਤਮਿਕ ਕੰਮ ਹਨ ਜਿਨ੍ਹਾਂ ਦੇ ਵਿੱਚ ਅਸੀਂ ਦੂਸਰਿਆਂ ਨਾਲ ਛੋਟੇ ਹੋ ਸਕਦੇ ਹਾਂ। ਕੁਝ ਜਿਸਮਾਨੀ ਕੰਮਾਂ ਦੇ ਵਿੱਚ ਅਸੀਂ ਦੂਸਰਿਆਂ ਨਾਲ ਛੋਟੇ ਹੋ ਸਕਦੇ ਹਾਂ, ਪਰ ਯਤਨ ਕਰਨ ਵਾਲਾ ਹਮੇਸ਼ਾ ਮੰਜ਼ਿਲ ਨੂੰ ਪ੍ਰਾਪਤ ਕਰਦਾ ਹੈ। ਹਾਲੇਲੂਇਆ। ਇਹ ਛੋਟਾ ਸੀ ਕੱਦ ਦਾ ਔਰ ਵੱਡੇ ਵੱਡੇ ਲੋਕਾਂ ਨੇ ਯਿਸੂ ਮਸੀਹ ਨੂੰ ਘੇਰਿਆ ਹੋਇਆ ਸੀ। ਅੱਜ ਵੀ ਅਸੀਂ ਦੁਨੀਆ ਵਿੱਚ ਦੇਖਦੇ ਹਾਂ ਬੜੇ ਵੱਡੇ ਕੱਦਾਂ ਵਾਲਿਆਂ ਨੇ ਯਿਸੂ ਮਸੀਹ ਦੇ ਆਲੇ ਦੁਆਲੇ ਘੇਰਾ ਪਾਇਆ। ਤੁਹਾਡੇ ਸਾਡੇ ਵਰਗਿਆਂ ਤੇ ਉਹ ਦੇਖਣੇ ਨਹੀਂ, ਕਹਿੰਦੇ ਤੁਹਾਡਾ ਤਾਂ ਕੰਮ ਹੀ ਨਹੀਂ ਇੱਥੇ ਕੋਈ ਵੀ। ਲੇਕਿਨ ਉੱਥੇ ਬੇਦਿਲ ਨਹੀਂ ਹੋਣਾ। ਜੱਕੀ ਬੇਦਿਲ ਨਹੀਂ ਹੋਇਆ। ਉਹਨੇ ਇਸ ਚੀਜ਼ ਦਾ ਅਫਸੋਸ ਨਹੀਂ ਕੀਤਾ। ਉੱਥੇ ਗੋਡਿਆਂ ਤੇ ਬਹਿ ਕੇ ਇਹ ਦੁਆ ਕਰਨੀ ਨਹੀਂ ਸ਼ੁਰੂ ਕੀਤੀ, ਪ੍ਰਭੂ ਜੀ ਕਾਸ਼ ਜੇ ਅੱਜ ਕਿਤੇ ਮੇਰਾ ਕੱਦ ਵੀ ਵੱਡਾ ਹੁੰਦਾ, ਅੱਜ ਕਿਤੇ ਤੂੰ ਵੀ ਮੈਨੂੰ ਜਰੀਹੋ ਦੇ ਲੋਕਾਂ ਵਾਂਗੂ ਦਾਨਵ ਬਣਾਇਆ ਹੁੰਦਾ ਤੇ ਅੱਜ ਮੈਂ ਤੈਨੂੰ ਘੱਟੋ ਘੱਟ ਵੇਖ ਲੈਂਦਾ। ਅੱਜ ਕਮਜ਼ੋਰ ਲੋਕ ਇਸੇ ਤਰ੍ਹਾਂ ਦੀਆਂ ਹੀ ਦੁਆਵਾਂ ਕਰਦੇ ਆ ਕਿਉਂਕਿ ਕੋਸ਼ਿਸ਼ ਕਰਨਾ ਉਹਨਾਂ ਦੇ ਵੱਸ ਵਿੱਚ ਨਹੀਂ ਆ। ਇਸ ਕਰਕੇ ਕਹਿੰਦੇ ਵੀ ਸੱਚੇ ਵੀ ਹੋ ਜਾਵਾਂਗੇ ਤੇ ਕੰਮ ਵੀ ਪੂਰਾ ਹੋ ਜਾਵੇਗਾ। ਉਹ ਫਿਰ ਕੋਸ਼ਿਸ਼ ਨਹੀਂ ਕਰਦੇ, ਸਿਰਫ ਦੁਆਵਾਂ ਹੀ ਕਰੀ ਜਾਂਦੇ ਆ। ਪਰ ਉਸ ਦੁਆ ਕਰਕੇ ਅਸਲ ਦੇ ਵਿੱਚ ਸ਼ੈਤਾਨ ਨੇ ਬੜੇ ਵੱਡੇ ਜੰਜਾਲ ਦੇ ਵਿੱਚ ਫਸਾ ਕੇ ਰੱਖਿਆ ਹੋਇਆ ਵੀ ਤੈਨੂੰ ਕੀ ਜ਼ਰੂਰਤ ਹੈ ਕੁਛ ਕਰਨ ਦੀ, ਚੁੱਪ ਕਰਕੇ ਦੁਆ ਕਰ, ਬਾਕੀ ਕੰਮ ਰੱਬ ਦੇ ਉੱਤੇ ਛੱਡ ਦੇ, ਆਪੇ ਰੱਬ ਕਰੂਗਾ। ਰੱਬ ਨੇ ਉਹੀ ਕੰਮ ਕਰਨੇ ਆ ਜਿਹੜੇ ਉਹਦੇ ਕਰਨ ਵਾਲੇ ਆ। ਜੱਕੀ ਜੋ ਉੱਥੇ ਬੈਠ ਕੇ ਦੁਆ ਕਰਨ ਲੱਗ ਪੈਂਦਾ ਤੇ ਸ਼ਾਇਦ ਜੱਕੀ ਨੂੰ ਯਿਸੂ ਨਾ ਕਹਿੰਦਾ, ਹੇ ਜੱਕੀ ਉੱਤਰ ਆ ਕਿਉਂਕਿ ਅੱਜ ਮੈਂ ਤੇਰੇ ਘਰ ਦੇ ਵਿੱਚ ਹੀ। ਖੁਦਾ ਸਾਡੀ ਕੋਸ਼ਿਸ਼ ਨੂੰ ਦੇਖਦਾ ਆ। ਦੁਆ ਤੇ ਜਦੋਂ ਸਾਡੀਆਂ ਕੋਸ਼ਿਸ਼ਾਂ ਖਤਮ ਹੋ ਜਾਣ ਉਦੋਂ ਹੁੰਦੀ ਹੈ। ਜਦੋਂ ਅਸੀਂ ਕਹੀਏ ਕਿ ਪ੍ਰਭੂ ਜੀ ਤੂੰ ਜਾਣਦਾ ਆ ਮੈਂ ਕੋਈ ਕਸਰ ਛੱਡੀ ਨਹੀਂ ਆ ਤੇ ਪਰ ਹੁਣ ਮੈਂ ਸਰੈਂਡਰ ਕਰਦਾ, ਹੁਣ ਮੇਰੇ ਵੱਸ ਦਾ ਕੰਮ ਨਹੀਂ ਹੈ, ਤੇ ਫਿਰ ਖੁਦਾ ਤੁਹਾਡੀ ਮਦਦ ਕਰਨ ਦੇ ਲਈ ਤਿਆਰ ਹੋਵੇਗਾ। ਲੇਕਿਨ ਜਿਹੜਾ ਤੁਸੀਂ ਕਰ ਸਕਦੇ ਹੋ, ਜੇ ਤੁਸੀਂ ਉਹ ਨਹੀਂ ਕਰਦੇ ਤੇ ਉਹਦੇ ਬਦਲੇ 'ਚ ਦੁਆ ਕਰਦੇ ਹੋ, ਪਰਮੇਸ਼ਵਰ ਤੁਹਾਡੇ ਉੱਤੇ ਕਦੇ ਵੀ ਰਹਿਮ ਕਰੇਗਾ, ਕਦੇ ਵੀ ਰਹਿਮ ਨਹੀਂ ਕਰੇਗਾ। ਜਿਹੜਾ ਕਰਮ ਮੈਂ ਕਰਨਾ ਆ ਉਹ ਕਰਮ ਦੇ ਲਈ ਮੈਨੂੰ ਦੁਆ ਨਹੀਂ ਕਰਨੀ, ਬਲਕਿ ਮੈਂ ਉਸ ਕਰਮ ਨੂੰ ਕਰਨਾ ਆ। ਜਦੋਂ ਕਰਮ ਕਰਾਂਗਾ ਫਿਰ ਮੇਰੇ ਖਿਆਲ ਦੇ ਨਾਲ ਦੁਆ ਦੀ ਜ਼ਰੂਰਤ ਵੀ ਰਵੇਗੀ ਨਹੀਂ। ਤੇ ਅੱਜ ਇਨਸਾਨ ਨੇ ਸੌਖਾ ਕੰਮ ਲੱਭ ਰਿਹਾ, ਦੁਆਵਾਂ ਕਰੇ ਚਲੋ, ਕਰਮ ਕਰਨ ਤੋਂ ਡਰਦੇ ਆ ਕਿਉਂਕਿ ਕਰਮ ਕਰਨਾ ਬੜਾ ਮੁਸ਼ਕਲ ਹੈ। ਕਰਮ ਕਰਨਾ ਬੜਾ ਮੁਸ਼ਕਲ ਹੈ, ਕਰਮ ਕਰਨਾ ਔਖਾ ਆ ਕਿਉਂਕਿ ਉਹਦੇ ਵਿੱਚ ਕੁਝ ਕੁਰਬਾਨੀਆਂ ਹੋਣੀਆਂ। ਇਸ ਬੰਦੇ ਨੇ ਦੁਆ ਨਹੀਂ ਕੀਤੀ, ਇਹਨੇ ਕਰਮ ਕੀਤਾ। ਇਹਨੇ ਕਿਹਾ ਅੱਛਾ ਵੱਡੇ ਕੱਦ ਦੇ ਲੋਕ ਆ, ਨਹੀਂ ਦੇਖਣ ਦੇਣਗੇ, ਯੋਜਨਾ ਬਣਾਈ। ਅੱਜ ਅਸੀਂ ਕਹਿੰਦੇ ਦਫਾ ਮਾਰੋ ਯੋਜਨਾ ਕਿ ਬਣਾਉਣੀ, ਦੁਆ ਕਰ ਲੈਣੀ, ਜੇ ਪ੍ਰਭੂ ਨੇ ਕਰਨਾ ਉਹ ਕਰੇਗਾ, ਆਪੇ ਕਰੂਗਾ ਜੀ, ਯਿਸੂ ਕਰੂਗਾ ਜੀ। ਤੇ ਯਿਸੂ ਕਹਿੰਦਾ ਇਦਾਂ ਨਹੀਂ ਮੈਂ ਕਰਨਾ, ਜਦੋਂ ਮੇਰੇ ਕਰਨ ਦੀ ਵਾਰੀ ਆਏਗੀ ਉਦੋਂ ਮੈਂ ਤੈਨੂੰ ਦੱਸਾਂਗਾ, ਉਦੋਂ ਫਿਰ ਮੈਂ ਜ਼ਰੂਰ ਕਰਾਂਗਾ, ਪਰ ਅਜੇ ਤੈਨੂੰ ਹੀ ਕਰਨਾ ਪੈਣਾ ਹੈ। ਤੇ ਜੱਕੀ ਨੇ ਦੁਆ ਨਹੀਂ ਕੀਤੀ ਸਾਈਡ ਤੇ ਹੋ ਕੇ, ਜੱਕੀ ਨੇ ਸਕੀਮ ਲਾਈ। ਕਿੱਦਾਂ ਲਾਈ ਪੜਾਂਗੇ ਅੱਗੇ ਜੀ। ਸੋ ਕੱਦ ਦਾ ਛੋਟਾ ਸੀ, ਅੱਗੇ ਉਹ ਅੱਗੇ ਦੌੜ ਕੇ ਗੁੱਲਰ ਦੇ ਬ੍ਰਿਸ਼ ਉੱਤੇ ਚੜ ਗਿਆ। ਕੱਦ ਦਾ ਛੋਟਾ ਸੀ ਪਰ ਹਾਰ ਨਹੀਂ ਮੰਨੀ, ਸਕੀਮਾਂ ਬਣੀਆਂ, ਬ੍ਰਿਸ਼ ਉੱਤੇ ਚੜ ਗਿਆ। ਅੱਜ ਕੱਲ ਭੈਣਾਂ ਵੀ ਜਦੋਂ ਛੋਟੇ ਕੱਦ ਦੀਆਂ ਹੁੰਦੀਆਂ ਸ਼ਰਮ ਆਉਂਦੀ ਵੀ 6-6 ਇੰਚ ਦੀ ਹੀਲ ਪਾ ਕੇ ਵੀ ਆਪਣੇ ਆਪ ਨੂੰ, ਬੇਸ਼ੱਕ ਗੋਡਾ ਗਿੱਟਾ ਨਿਕਲ ਸਕਦਾ ਹੁੰਦਾ ਆ, ਪਰ ਕੱਦ ਨੂੰ ਉੱਚਾ ਕਰਨ ਲਈ ਕੀ ਕਰਦੀਆਂ 6-6 ਇੰਚ ਦੀਆਂ 8-8 ਇੰਚ ਦੀਆਂ ਹੀਲਾਂ ਪਾ ਕੇ ਵੀ ਚਲੇ ਜਾਂਦੀਆਂ। ਬੇਸ਼ੱਕ ਉੱਥੇ ਗਿੱਟਾ ਨਿਕਲ ਜਾਵੇ, ਇਸ ਚੀਜ਼ ਦੀ ਪਰਵਾਹ ਨਹੀਂ ਹੁੰਦੀ। ਕਹਿੰਦੇ ਚਲੋ ਕੋਸ਼ਿਸ਼ ਤੇ ਕਰਕੇ ਦੇਖੀਏ। ਗਿੱਟੇ ਦਾ ਰਿਸਕ ਆ ਪਰ ਫਿਰ ਵੀ ਕੋਸ਼ਿਸ਼ ਕਰਦੀਆਂ ਤੇ ਕੋਸ਼ਿਸ਼ ਦੇ ਵਿੱਚ ਕਾਮਯਾਬ ਵੀ ਹੋ ਜਾਂਦੀਆਂ। ਕੌਣ ਕਾਮਯਾਬ ਹੁੰਦੇ ਆ? ਜਿਹੜੇ ਕੁਛ ਯਤਨ ਕਰਦੇ ਆ। ਜਿਹੜੇ ਯਤਨ ਨਹੀਂ ਕਰਦੇ ਉਹ ਪਰਮੇਸ਼ਵਰ ਨੂੰ ਚੰਗੇ ਨਹੀਂ ਲੱਗਦੇ।
ਜਿਨ੍ਹਾਂ ਨੇ ਯਤਨ ਕੀਤਾ ਉਹਨਾਂ ਦਾ ਹੀ ਨਾਮ ਇਤਿਹਾਸ ਦੇ ਵਿੱਚ ਆਇਆ ਆ। ਜਿਨ੍ਹਾਂ ਨੇ ਯਤਨ ਨਹੀਂ ਕੀਤਾ ਉਹ ਕਿਸੇ ਲੇਖੇ ਨਹੀਂ ਲਿਖੇ ਗਏ। ਉਹਨਾਂ ਦੇ ਉੱਤੇ ਸਿਰਫ ਔਰ ਸਿਰਫ ਲਾਨਤ ਆਈ ਆ, ਉਹਨਾਂ ਦੇ ਉੱਤੇ ਸਿਰਫ ਸਰਾਪ ਆਇਆ ਆ, ਹੋਰ ਕੁਝ ਵੀ ਨਹੀਂ ਆ। ਉਹ ਇਤਿਹਾਸ ਨਹੀਂ ਬਣਾ ਸਕੇ। ਲੇਕਿਨ ਜਿਨ੍ਹਾਂ ਨੇ ਯਤਨ ਕੀਤਾ ਉਹਨਾਂ ਨੇ, ਇਹਨੇ ਦੇਖਿਆ ਕੱਦ ਦਾ ਛੋਟਾ ਆ, ਪਰਮੇਸ਼ਵਰ ਨੇ ਕਿਸੇ ਯੋਜਨਾ ਦੇ ਲਈ ਬਣਾਇਆ ਹੋਣਾ। ਜੇ ਉਹਨੇ ਛੋਟਾ ਵੀ ਕਰਕੇ ਰੱਖਿਆ ਤਾਂ ਵੀ ਕੋਈ ਗੱਲ ਨਹੀਂ, ਪਰ ਉਹਨੇ ਦੇਖਿਆ ਕਿ ਛੋਟਾ ਹੋਣ ਦੇ ਬਾਵਜੂਦ ਮੈਂ ਕੀ ਕਰ ਸਕਦਾ ਹਾਂ। ਹਾਲੇਲੂਇਆ। ਅੱਜ ਅਸੀਂ ਕਹੇ ਛੋਟੇ ਆ, ਸਾਡੇ ਕੋਲ ਕਿਹੜਾ ਹੋਣਾ, ਸਾਡੇ ਕੋਲ ਕਿਹੜਾ ਕਿਤੇ ਜਾ ਹੋਣਾ, ਅਸੀਂ ਕਿੱਦਾਂ ਕਰਾਂਗੇ, ਸਾਡੇ ਤੇ ਬਸ ਦਾ ਕੰਮ ਹੀ ਨਹੀਂ ਆ। ਛੋਟਿਆਂ ਨੇ ਹੀ ਇਤਿਹਾਸ ਲਿਖੇ ਆ, ਛੋਟਿਆਂ ਦੀਆਂ ਹੀ ਹਿਸਟਰੀਆਂ ਬਣੀਆਂ। ਮੂਸਾ ਪੈਦਾ ਹੁੰਦਾ ਹੀ ਮਾਂ ਨੇ 3 ਮਹੀਨੇ ਬਾਅਦ ਬਹਾ ਦਿੱਤਾ ਸੀ। ਛੋਟਿਆਂ ਨੇ ਇਤਿਹਾਸ ਬਣਾਏ ਆ। ਰਾਜ ਮਹਿਲ ਜੋ ਭੱਜ ਗਿਆ 40 ਸਾਲ ਇਸੇ ਤਰ੍ਹਾਂ ਭਟਕਦਾ ਰਿਹਾ। ਇੱਕ ਪਾਣੀ 'ਚ ਬਹਾਏ ਗਏ ਬੱਚੇ ਨੇ ਹੀ ਇਤਿਹਾਸ ਬਣਾਇਆ, ਜਿਹਦੀ ਸਹੁੰ ਨਹੀਂ ਖਾਂਦੇ ਅੱਜ ਇਸਰਾਏਲੀ। ਹਾਲੇਲੂਇਆ। ਰੱਬ ਦੇ ਜਿੰਨਾ ਹੀ ਉਹ ਮੂਸਾ ਨੂੰ ਵੀ ਰੱਖਦੇ ਹਨ, ਇੱਕ ਛੋਟੇ ਜਿਹੇ ਬੱਚੇ ਨੇ, ਪਾਣੀ ਵਿੱਚ ਬਹਾਏ ਹੋਏ ਬੱਚੇ ਨੇ ਇਤਿਹਾਸ ਬਣਾਇਆ ਸੀ। ਇੱਕ 12 ਸਾਲ ਦੇ ਬੱਚੇ ਦੇ ਸਾਹਮਣੇ ਉਹਦਾ ਬਾਪ ਦਾ ਕਤਲ ਕੀਤਾ ਗਿਆ, ਉਹਨੂੰ ਹੀ ਬਾਦਸ਼ਾਹ ਮਹਾਨ ਸਿਕੰਦਰ ਨਾਮ ਮਿਲਿਆ। ਇੱਕ ਛੋਟਾ ਜਿਹਾ ਸੀ। ਅੱਜ ਦੇਸ਼ ਦਾ ਪ੍ਰਧਾਨ ਮੰਤਰੀ ਕਿਸੇ ਸਮੇਂ ਦੇ ਵਿੱਚ ਚਾਹ ਵੇਚਣ ਵਾਲਾ ਸੀ। ਛੋਟਿਆਂ ਨੇ ਹੀ ਇਤਿਹਾਸ ਬਣਾਏ ਆ, ਛੋਟਿਆਂ ਨੇ ਹੀ ਕੁਝ ਨਾਮ ਖੱਟੇ ਆ, ਛੋਟਿਆਂ ਨੇ ਹੀ ਕੁਝ ਕਰਕੇ ਦਿਖਾਇਆ ਆ। ਅਦਰਵਾਈਜ਼ ਬਾਕੀਆਂ ਦਾ ਨਾਮ ਨਹੀਂ ਹੁੰਦਾ। ਅਨੀਲ ਅੰਬਾਨੀ ਦੇ ਘਰ ਜਿਹੜਾ ਮਰਜ਼ੀ ਪੈਦਾ ਹੋ ਜਾਵੇ, ਇਤਿਹਾਸ ਨਹੀਂ ਬਣਾ ਸਕੇਗਾ। ਇਤਿਹਾਸ ਬਣਾਇਆ ਅਨੀਲ ਅੰਬਾਨੀ ਦੇ ਬਾਪ ਨੇ। ਉਹ ਵੀ ਇਸੇ ਤਰ੍ਹਾਂ ਵਿਚਾਰਾ ਇੱਕ ਥਾਂ ਤੇ ਬੈਠਾ ਹੁੰਦਾ, ਚਾਹ ਵੇਚਣ ਡਿਆ ਹੁੰਦਾ ਸੀ। ਉਹਦਾ ਵੀ ਇੱਕ ਖੋਖਾ ਸੀ ਛੋਟਾ ਜਿਹਾ। ਉੱਥੋਂ ਉੱਠਿਆ ਜਿਹਨੇ ਧੀਰੂਭਾਈ ਅੰਬਾਨੀ ਨਾਮ ਨੂੰ ਦੁਨੀਆ ਵਿੱਚ ਫੈਲਾਇਆ, ਔਰ ਅੱਜ ਧੀਰੂਭਾਈ ਅੰਬਾਨੀ ਦੇ ਨਾਮ ਤੋਂ ਉਹਦੇ ਦੋਨੇ ਬੇਟੇ ਜਾਣੇ ਜਾਂਦੇ ਆ। ਇਹਨਾਂ ਦੇ ਅੱਗੇ ਜਿੱਥੇ ਮਰਜ਼ੀ ਪੈਦਾ ਹੋ ਜਾਣ, ਉਹ ਇਤਿਹਾਸ ਨਹੀਂ ਬਣਾ ਸਕਣਗੇ। ਇਤਿਹਾਸ ਜਦੋਂ ਵੀ ਬਣਿਆ ਉਹ ਇੱਕ ਬੇਕਾਰ ਜਿਹੇ ਤੇ ਛੋਟੇ ਜਿਹੇ ਬੰਦੇ ਨੇ ਬਣਾਇਆ। ਹਿਟਲਰ ਕੋਈ ਬਾਦਸ਼ਾਹ ਦੇ ਘਰ 'ਚ ਪੈਦਾ ਨਹੀਂ ਸੀ ਹੋਇਆ, ਇੱਕ ਆਮ ਬੱਚਾ ਸੀ, ਔਰ ਦੂਸਰੇ ਦੇਸ਼ 'ਚੋਂ ਜਾ ਕੇ ਉੱਥੇ ਪੜ੍ਹਨ ਵਾਸਤੇ ਗਿਆ ਹੋਇਆ ਸੀਗਾ। ਗਰੀਬੀ ਦੀ ਮਾਰ ਹੇਠ ਸੀਗਾ। ਸਿਰਫ ਇੱਕੋ ਹੀ ਦਿਮਾਗ 'ਚ ਗੱਲ ਆਈ, ਦੁਨੀਆ ਵਿੱਚ ਆਏ ਆ ਕੁਝ ਕਰਕੇ ਜਾਈਏ। ਤੇ ਨਾਲ ਦੇ ਸਾਥੀ ਜਿਹੜੇ 7 ਸਨ, ਉਹਨਾਂ ਨੇ ਕਿਹਾ ਵੀ ਚੰਗਾ ਤਾਂ ਆਪਣੇ ਕੋਲ ਹੋਣਾ ਨਹੀਂ, ਕਹਿੰਦਾ ਫਿਰ ਚਲੋ ਬੁਰਾ ਕਰ ਦਿੰਦੇ ਆ। ਜੇ ਚੰਗਾ ਨਹੀਂ ਹੋ ਸਕਦਾ ਤਾਂ ਬੁਰਾ ਵੀ। ਦੁਨੀਆ ਨੇ 2 ਤਰ੍ਹਾਂ ਜਾਣਨਾ ਆ, ਜਾਂ ਕੁਝ ਚੰਗਾ ਕਰ ਦਈਏ ਤੇ ਜਾਂ ਯਹੂਦਾ ਇਸਕਰਿਓਤੀ ਬਣ ਜਾਈਏ ਤੇ ਜਾਂ ਫਿਰ ਯੂਹੰਨਾ ਬਣ ਜਾਈਏ। ਹਾਲੇਲੂਇਆ। ਕੁਛ ਨਾ ਕੁਛ ਤੇ ਕਰਨਾ ਹੀ ਪੈਣਾ। ਤੇ ਫਿਰ ਉਹਨੇ ਸਕੀਮ ਬਣਾਈ, ਕਹਿੰਦੇ ਮਾੜਾ ਹੀ ਕਰਦੇ ਆ ਫਿਰ। ਤੇ 7 ਸਾਥੀਆਂ ਦੀ ਮਦਦ ਦੇ ਨਾਲ ਉਹ ਇੱਕ ਛੋਟੇ ਜਿਹੇ ਪਰਿਵਾਰ 'ਚ ਪੈਦਾ ਹੋਇਆ, ਇੱਕ ਤੁੱਛ ਜਾਣਨ ਵਾਲਾ ਬੰਦਾ ਦੁਨੀਆ ਦੀ ਸੈਕੰਡ ਵਰਲਡ ਵਾਰ ਦਾ ਕਾਰਨ ਬਣਿਆ ਸੀ। 1942 ਦੀ ਜਿਹੜੀ ਜੰਗ ਹੋਈ, ਜਿਹਦੇ 'ਚ ਅਮਰੀਕਾ ਵਰਗੀ ਕੰਟਰੀ ਨੂੰ ਵੀ ਵਕਤ ਪੈ ਗਿਆ ਸੀਗਾ। ਆਖਰਕਾਰ ਉਸ ਯੁੱਧ ਨੂੰ ਖਤਮ ਕਰਨ ਦੇ ਲਈ ਇਹਨਾਂ ਨੂੰ ਨਿਊਕਲੀਅਰ ਪਾਵਰ ਦਾ ਇਸਤੇਮਾਲ ਕਰਨਾ ਪਿਆ ਤੇ ਜਾਪਾਨ ਦੇ ਨਾਗਾਸਾਕਾ ਤੇ ਹੀਰੋਸ਼ੀਮਾ ਦੇ ਵਿੱਚ ਬੰਬ ਸੁੱਟ ਕੇ ਉਸ ਯੁੱਧ ਨੂੰ ਵਿਰਾਮ ਚਿੰਨ੍ਹ ਦੇਣਾ ਪਿਆ। ਔਰ ਇੱਥੇ ਮਨਾਹੀ ਰੱਖ ਦਿੱਤੀ ਗਈ, ਹਿਟਲਰ ਨਾਮ ਨਹੀਂ ਕੋਈ ਰੱਖੇਗਾ। ਇਹ ਕੋਈ ਬਹੁਤ ਵੱਡੇ ਯੋਧੇ ਪਰਿਵਾਰ ਚੋਂ ਨਹੀਂ ਸੀ ਨਿਕਲਿਆ, ਇੱਕ ਬਾਦਸ਼ਾਹਾਂ ਦੇ ਪਰਿਵਾਰ ਚੋਂ ਨਹੀਂ ਸੀ। ਇਤਿਹਾਸ ਜਦੋਂ ਰਚਿਆ ਗਿਆ ਛੋਟੇ ਜਿਹੇ ਪਰਿਵਾਰ ਦੇ ਲੋਕਾਂ ਨੇ ਹੀ ਰਚਿਆ ਹੈ, ਵੱਡਿਆਂ ਨੇ ਨਹੀਂ। ਸ਼ਹੀਦ ਊਧਮ ਸਿੰਘ ਦੀ ਜ਼ਿੰਦਗੀ ਨੂੰ ਤੁਸੀਂ ਦੇਖੋ, ਇੱਕ ਆਮ ਬੱਚਾ ਸੀ ਵਿਚਾਰਾ, ਉੱਥੇ ਸੇਵਾ ਕਰਨ ਗਿਆ ਹੋਇਆ ਸੀ ਵਿਸਾਖੀ ਦੇ ਦਿਨ, ਜਦੋਂ ਜਨਰਲ ਡਾਇਰ ਵਰਗੇ ਬੰਦੇ ਨੇ ਉੱਥੇ ਹਮਲਾ ਕਰਾਇਆ। ਇੱਕ 13-14 ਸਾਲ ਦੇ ਬੱਚੇ ਨੇ ਨਿਰਣੇ ਲਿਆ ਸੀਗਾ, ਇਸ ਬੰਦੇ ਨੇ ਮੇਰੇ ਦੇਸ਼ ਦੇ ਲੋਕਾਂ ਨੂੰ, ਬੇਗੁਨਾਹ ਲੋਕਾਂ ਨੂੰ ਮਾਰਿਆ ਆ, ਇਹਨੂੰ ਮੈਂ ਛੱਡਣਾ ਨਹੀਂ ਆ। ਉਸ ਬੰਦੇ ਨੂੰ ਕਤਲ ਕਰਨ ਦੇ ਲਈ ਉਹਨੇ ਪੜ੍ਹਾਈ ਕੀਤੀ। ਪੜ੍ਹਾਈ ਕਰਦਿਆਂ ਜਰਮਨ, ਹੋਲੈਂਡ, ਫਰਾਂਸ ਹੁੰਦਿਆਂ ਹੋਇਆਂ ਆਖਰਕਾਰ ਉਹ ਇੰਗਲੈਂਡ ਵਿੱਚ ਪਹੁੰਚ ਗਿਆ। ਉਸੇ ਬੰਦੇ ਦੇ ਘਰ ਦੇ ਵਿੱਚ ਨੌਕਰੀ ਕੀਤੀ ਔਰ ਉੱਥੇ ਉਹਨੂੰ ਮਾਰਨ ਦਾ ਮੌਕਾ ਵੀ ਮਿਲ ਗਿਆ। ਲੇਕਿਨ ਦਿਮਾਗ ਵਿੱਚ ਕਿਹਾ, ਕਹਿੰਦਾ ਇਤਿਹਾਸ ਨਹੀਂ ਬਣਨਾ, ਹਿਸਟਰੀ ਨਹੀਂ ਬਣਨੀ। ਜੇ ਮੈਨੂੰ ਹੁਣ ਮਾਰ ਦਿੱਤਾ ਤੇ ਲੋਕਾਂ ਨੇ ਕਹਿਣਾ ਇੱਕ ਕਾਲੇ ਨੌਕਰ ਨੇ ਗੋਰੇ ਨੌਕਰ ਮਾਲਕ ਨੂੰ ਮਾਰ ਦਿੱਤਾ। ਕਹਿੰਦਾ ਇਹਦੀ ਮੌਤ ਵੀ ਇਤਿਹਾਸਿਕ, ਇੰਨਾ ਲੰਬਾ ਸਮਾਂ ਕੱਢਿਆ ਵੀ ਆ। ਤੇ ਫਿਰ ਏਦਾਂ ਨਹੀਂ, 46 ਸਾਲ ਦੀ ਉਮਰ 'ਚ ਜਾ ਕੇ ਇੱਕ ਅਸੈਂਬਲੀ ਦੇ ਵਿੱਚ ਭਾਸ਼ਣ ਦਿੰਦੇ ਜਨਰਲ ਡਾਇਰ ਨੂੰ ਗੋਲੀਆਂ ਦੇ ਨਾਲ ਉਡਾਇਆ। ਉਹਦਾ ਨਾਮ ਊਧਮ ਸਿੰਘ ਸੀਗਾ। ਕੋਈ ਬਹੁਤ ਵੱਡਾ ਕੋਈ ਪੇਸ਼ੇਵਰ ਨਹੀਂ ਸੀ, ਕੋਈ ਬਹੁਤ ਵੱਡਾ ਯੋਧਾ ਨਹੀਂ ਸੀ। ਇੱਕ ਆਮ ਬੱਚੇ ਦੇ ਦਿਮਾਗ ਦੇ ਵਿੱਚ ਗੱਲ ਆਈ ਸੀ ਕਿ ਮੈਨੂੰ ਛੱਡਣਾ ਆਮ। ਅੱਜ ਅਸੀਂ ਕਹੇ ਅਸੀਂ ਛੋਟੇ ਆ ਜੀ, ਅਸੀਂ ਨਿਕੰਮੇ ਆ ਜੀ, ਅਸੀਂ ਨਿਕੰਮੇ ਹੀ ਇਤਿਹਾਸ ਬਣਾਉਂਦੇ ਆ। ਨਿਕੰਮਿਆਂ ਨੇ ਹੀ ਇਤਿਹਾਸ ਬਣਾਏ ਆ। ਇੱਕ ਇਤਿਹਾਸ ਮੈਂ ਵੀ ਪਿੱਛੇ ਬਣਾ ਕੇ ਆਇਆ ਆਪਣੇ ਇਲਾਕੇ ਦੇ ਵਿੱਚ, ਇਹ ਵੀ ਇਤਿਹਾਸ ਰਹੇਗਾ। ਹਾਲੇਲੂਇਆ।
एक मैं भी ऐसा इंसान सी जिन्हें 22 साल की उम्र जिद की तो उस जिद ਨੂੰ पूरा करके दिखाया, इतिहास बनाया। हुण मेरा घराना मेरे नाम तो जानिया जाता है। अगर किसी ने अपनी पहचान देनी हो, ताए चाचे ने मुंडिया ने भी तो कौन है जी, इकबाल गिल दे भरा आ। मेरे बाप ने भी किते जाके पहचान देनी पवे तो वो ये कहता भी मैं इकबाल गिल दा प्यो हाँ। हालेलुया। इतिहास छोटिया ने बनाए, जो बनाए आ वो भावें धार्मिक तौर पर होवे, भावें समाजिक तौर पर होवे, भावें राजनीतिक तौर पर होवे, भावें परिवारिक तौर पर होवे, इतिहास इसे तरह बने आ। और अज मसीहत दे विच भी अगर असीं इतिहास बनाउणा आ तो इतिहास बनाउण वेले ये ना देखो कि असीं छोटे आ जां वड्डे आ। इतिहास हौसलियां दे नाल बनदे आ। हालेलुया। ते हौसले जिहड़े विच हुंदे आ वो इतिहास बना जांदे। इस बंदे दे विच हौसला सी, इन्हें हौसला किया, इन्हें छोटे कद तो परेशान नहीं होया, छोटे कद की परवाह नहीं की, बल्कि योजना बनाई कि देखना जरूर है अज उन्होंने जिहदे नाम की इन्नी धुम पई हुई आ भज्जिया। फिर ते भज्जदा भी बेचारा लंबे कद वाले वांगू नहीं होवेगा, कद दा छोटा सी। स्कीम बनाई, देखा किदां लिखिया सामने एक संघना गुलर दा वृक्ष सीगा, प्लान कीती ते भज के जाके ओहदे उत्ते इस तो पहला भीड़ दे विचों निकलिया, भीड़ नूं छड्ड गया ते भीड़ नूं छड्ड के दरखत दे उत्ते जा चढ़िया ते ओहदे विच जाके अपने लुको लिया ते सोचदा यसू मसीह नूं पर्दे दे नाल देख लवांगे ते अपनी तमन्ना जिहड़ी आ पूरी हो जाएगी। ये सब कुछ अपने वालों अपने चित्त दे विच इस तरह कर रहे भी किसी नूं पता नहीं लगेगा, पर उन्होंने ये नहीं पता तेरा साजण वाला, तेरा बनाउण वाला जिन्हें तेन पैदा किया, तेरी मां की कुख दे विच इस जहान नूं रचन तो पहला उन्होंने पता सी कि तू अज दे दिन की करना है। हालेलुया। उन्होंने पता सी। और यसु मसीह दियां जिहड़ियां रूहानी अखां आ ओहदे सारे कर्म नूं देख रही हैं, वो किद्दां यतन कर रहा है, कितनी कोशिश कर रहा है, हर चीज नूं वो फॉलो कर रही है। तो जिवें जाके उन्हें अपने आप नूं उस दरखत दे विच रुका लिया, लिखा यसु मसीह काफले दे नाल जा रहा सी। ऐन मौके जदों उस दरखत दे थल्ले यसु मसीह पहुंचिया ते आवाज दे के उन्होंने कहा हालेलुया। यसु मसीह नूं किसी ने दस्सिया सी ना जक्की मैं तेरी मां दी कुख दे विच साजण तो पहला तेनू नाम तो जानदा सी। हालेलुया। मैं जहान रचन तो पहला तेनू तेरे नाम तो, ये जक्की नाम भी घरदियां दी मर्जी दा नहीं सी रखिया गया, ये नाम भी एवें नहीं रखे जाते, ये नाम भी परमेश्वर की योजना दे विच शामिल हुंदे आ। किसी ने दस्सिया नहीं कोई जक्की नाम दा बंदा दरखत दे विच लुकिया होया आ, बल्कि यसु मसीह जानदा है। हालेलुया। इस थल्ले गया ते कहंदा ऐ जक्की हेठा उतरिया क्योंकि अज मैनू तेरे घर दे विच जाना जरूर है। हालेलुया। मसूलीए ते वैश्या तुहाडे नालों पहला स्वर्ग दी बादशाह दे विच दाखल कौन? वो मसूलीए जिहड़े तौबा करके मुड़ आउणगे, वो वैश्या जिहड़ियां तौबा करके मुड़ आउणगियां, क्योंकि ये जल्दी पहचान जाते। यसू कहंदा तुहानू धर्मियां नूं समझाउणा औखा है, कहंदा हे फकीओ ते फरीसिओ तुहाडे उत्ते हाय, क्योंकि तुसी सब कुछ जानते हुए भी इन्हां लोकां दे लई भी रस्ता बंद कर दिता, तुसी आप भी नहीं पहुंचे ते ये जिहड़े पहुंचना चाहुंदे सी इन्हां नूं भी तुसी रोक छड्डिया है। तुसी नहीं सुनदे पर जनाकार भी सुन रही हैं, तुसी नहीं सुनदे पर मसूलीए भी सुन रहे। तो मसूलीए दा यतन ते जक्की एक बारी तो पैरां हेठों जमीन निकल गई होवेगी कि इनू मेरा नाम किद्दां पता है। हालेलुया। ते ओ जदों भी बुलाउंदा है नाम लै लै के बुलाउंदा है। हालेलुया। यसू दे यूदियां जी पौलुस दा सामना यसू दे नाल नहीं सी होया, लेकिन जदों सताउंदा सी ते की कहा हे सौल, पहला नाम की सी हे सौल तू मैनू, वो एवें नहीं किसी नूं बुलाउंदा, वो जदों भी बुलाउंदा नाम लैके बुलाउंदा है। ये पहचान है कि परमेश्वर सानू चंगी तरह साडे घर दे भावें नाम भुल जाण पर परमेश्वर साडा नाम भुलदा नहीं है। इस करके जदों तहखाने दे विच पिया सी ना यूना ते उन्होंने ने जाके जदों उत्थों लभ्या ते फिर दस्सिया, कहंदे दस तेरा नाम की है, तू किहड़े लोकां दे विचों ते किहड़े परमेश्वर नूं मनदा है। कहंदा हुण ये गल्लां छड्ड दिओ, ना मेरे नां दे नाल वास्ता रखो, ना मेरे लोकां दे नाल ते ना मेरे, मैं कहना परमेश्वर की हजूरी ते भज्जिया होया एक गुनहगार इंसान है, बचना चाहुंदे तो चक के मैनूं पानी दे विच सुट दिओ। परमेश्वर नाम तो बुलाउंदा है। जक्की दी हैरानी दा कोई
ਟਿਕਾਣਾ ਨਹੀਂ ਰਿਹਾ ਹੋਵੇਗਾ ਜਦੋਂ ਯਿਸੂ ਨੇ ਆਪਣੇ ਮੂੰਹ ਤੋਂ ਉਹਨੂੰ ਕਿਹਾ, ਐ ਜੱਕੀ ਹੇਠਾਂ ਆ ਜਾ, ਕਿਉਂਕਿ ਅੱਜ ਮੈਨੂੰ ਤੇਰੇ ਘਰ ਰਹਿਣਾ। ਉਹ ਕਹਿੰਦਾ ਨਾ, ਮੈਂ ਤੇ ਇਕੱਲਾ ਪਲਾਨ ਕੀਤਾ ਸੀ, ਮੈਨੂੰ ਇਕੱਲਾ ਦੇਖਾਂਗੇ, ਇਹ ਤਾਂ ਕੰਮ ਹੀ ਖਰਾਬ ਹੋ ਗਿਆ। ਇਹ ਕਹਿੰਦਾ ਮੈਂ ਤੇਰੇ ਘਰ ਰਹਿਣਾ ਆ, ਤੇ ਮੈਂ ਤੇ ਇਸ ਕਾਬਲ ਨਹੀਂ ਆ ਵੀ ਮੈਂ ਇਹਨੂੰ ਆਪਣੇ ਘਰ ਵੀ ਲਿਜਾ ਸਕਾਂ। ਪਰ ਆਵਾਜ਼ ਦੇ ਵਿੱਚ ਇੰਨੀ ਕਸ਼ਿਸ਼ ਸੀ ਕਿ ਨਾ ਕਰ ਨਹੀਂ ਸਕਿਆ। ਤੇ ਫੱਕੀ ਫਰੀਸੀ ਧਰਮੀ ਲੋਕ ਵੀ ਮਗਰੇ ਹੀ ਚਲੇ ਗਏ। ਤੇ ਕੀ ਕਹਿੰਦੇ ਉੱਥੇ ਜਾ ਕੇ? ਕਹਿੰਦੇ ਜੇ ਪਰਮੇਸ਼ਵਰ ਦਾ ਪੁੱਤਰ, ਇਹਨਾਂ ਨੂੰ ਸਿਰਫ ਕਮੀ ਲੱਭਣ ਦੇ ਨਾਲ ਮਤਲਬ ਆ, ਹੋਰ ਇਸ ਤੋਂ ਅੱਗੇ ਜਾਣ ਦਾ ਕੋਈ ਮਤਲਬ ਨਹੀਂ। ਕਹਿੰਦੇ ਜੇ ਪਰਮੇਸ਼ਵਰ ਦਾ ਪੁੱਤਰ ਹੁੰਦਾ ਤੇ ਪਤਾ ਲੱਗ ਜਾਂਦਾ ਵੀ ਕਿਹਦੇ ਘਰ ਦੇ ਵਿੱਚ ਆ ਕੇ। ਇਹ ਧਰਮੀਆਂ ਦੀ ਹੈ ਜੀ ਪਹਿਚਾਣ। ਧਰਮੀ ਉਹਨੂੰ ਅਜੇ ਵੀ ਉਹਨਾਂ ਦੀਆਂ ਅੱਖਾਂ ਨਹੀਂ ਖੁੱਲੀਆਂ ਕਿ ਜੱਕੀ ਨੂੰ ਤੇ ਇਹ ਬੰਦਾ ਜਾਣਦਾ ਨਹੀਂ ਸੀ। ਆਵਾਜ਼ ਦੇ ਕੇ ਉਹਨੂੰ ਬੁਲਾਇਆ ਹੈ ਤੇ ਆਪ ਕਿਹਾ ਹੈ। ਲੋਕੀ ਕਈ ਉਦੋਂ ਤਰਲੇ ਪਾਉਂਦੇ ਹੋ ਕਿ ਆਓ ਜੀ ਸਾਡੇ ਘਰ ਚਲੋ, ਆਓ ਜੀ ਸਾਡੇ ਘਰ ਚਲੋ। ਯਿਸੂ ਕਿਸੇ ਨੂੰ ਨਹੀਂ ਕਹਿ ਰਿਹਾ, ਕਿਉਂਕਿ ਯਿਸੂ ਦੀ ਪਲਾਨ ਯਰੀਹੋ ਦੇ ਵਿੱਚ ਨਿਕਲਣਾ ਸਿਰਫ ਜੱਕੀ ਦੇ ਲਈ ਇੱਕ ਇੰਤਜ਼ਾਮ ਸੀ। ਜੱਕੀ ਨੂੰ ਅਮਰ ਕਰਨਾ ਸੀ ਦੁਨੀਆ ਦੇ ਵਿੱਚ, ਜੱਕੀ ਨੂੰ ਇਤਿਹਾਸ ਦੇ ਵਿੱਚ ਲਿਆਉਣਾ ਸੀ, ਜੱਕੀ ਦਾ ਨਾਮ ਇਸ ਬਾਈਬਲ ਦੇ ਵਿੱਚ ਰੱਖਣਾ ਸੀ, ਜੱਕੀ ਦਾ ਨਾਮ ਅੰਤ ਤੱਕ ਲਿਆ ਜਾਣਾ ਸੀ। ਇਸ ਲਈ ਯਿਸੂ ਦੀ ਪਲਾਨ ਸੀ ਉੱਥੋਂ ਦੀ ਨਗਣਾ। ਫੱਕੀਆਂ ਫਰੀਸੀਆਂ ਦੇ ਨਾਲ ਯਿਸੂ ਨੇ ਗੱਲ ਜ਼ਰੂਰ ਕੀਤੀ, ਪਰ ਕਿਸੇ ਦਾ ਨਾਂ ਨਹੀਂ ਆਇਆ। ਜਿੱਥੇ ਵੀ ਲਾਨਤ ਪਾਈ ਇਹੀ ਕਹੀ, ਹੇ ਫੱਕੀਓ ਤੇ ਫਰੀਸੀਓ ਤੁਹਾਡੇ ਉੱਤੇ ਹਾਏ। ਕਿਸੇ ਦਾ ਨਾਂ ਨਹੀਂ ਆਇਆ। ਕਿਉਂ ਨਾਂ ਨਹੀਂ ਆਇਆ? ਪਰਮੇਸ਼ਰ ਐਵੇਂ ਕਿਸੇ ਦੇ ਨਾਂ ਨੂੰ ਉੱਚਾ ਨਹੀਂ ਕਰਦਾ। ਨਾ ਉਹਦਾ ਹੀ ਉੱਚਾ ਹੁੰਦਾ ਜਿਹਦੇ ਨਾਂ ਦੇ ਲਈ ਉਹਦੀ ਕੋਈ ਯੋਜਨਾ ਹੁੰਦੀ ਆ। ਉਸੇ ਨੂੰ ਨਾਂ ਲੈ ਕੇ ਬੁਲਾਉਂਦਾ ਜਿਹਦੇ ਲਈ ਉਹਦੀ ਯੋਜਨਾ। ਅੱਜ ਤੇ ਸਾਰੇ ਕਹਿੰਦੇ ਅਸੀਂ ਵੀ ਪਰਮੇਸ਼ਰ ਦੇ ਬੁਲਾਏ ਹੋਏ ਹਾਂ ਜੀ, ਸਾਨੂੰ ਵੀ ਪਰਮੇਸ਼ਰ ਨੇ ਬੁਲਾਇਆ ਜੀ। ਪਤਾ ਨਹੀਂ ਲੱਗਦਾ ਕਿਹੜੇ ਪਰਮੇਸ਼ਰ ਨੇ ਬੁਲਾਇਆ, ਕਿਉਂਕਿ ਅੱਗੇ ਕਰਮ ਕੋਈ ਏਦਾਂ ਦਾ ਨਜ਼ਰ ਆਉਂਦਾ ਨਹੀਂ ਆ। ਜੇ ਤੋਂ ਪਤਾ ਲੱਗੇ ਕਿ ਵਾਕਈ ਪਰਮੇਸ਼ਰ ਨੇ ਨਾਮ ਲੈ ਕੇ ਬੁਲਾਇਆ। ਪਰਮੇਸ਼ਰ ਕਿਸੇ ਨੂੰ ਐਵੇਂ ਏਦਾਂ ਨਹੀਂ ਬੁਲਾ ਲੈਂਦਾ, ਐਵੇਂ ਕਿਸੇ ਯੋਜਨਾ ਤੋਂ ਬਿਨਾਂ ਨਹੀਂ ਬੁਲਾਉਂਦਾ। ਉਹਦਾ ਹੀ ਨਾਮ ਲਿਆ ਜਾਂਦਾ ਜਿਹਦੇ ਨਾਮ ਨੂੰ ਉਹਨੇ ਰੌਸ਼ਨ ਕਰਨਾ ਹੁੰਦਾ। ਇਸ ਕਰਕੇ ਯਿਸੂ ਦੇ ਨਾਮ ਜਿਹੜੇ ਲਏ ਜਾਣੇ ਸਨ ਪਹਿਲਾਂ ਹੀ ਦੱਸ ਦਿੱਤੇ ਗਏ। ਪਹਿਲਾਂ ਦੱਸ ਦਿੱਤਾ ਗਿਆ ਉਹ ਯਿਸੂ ਨਾਸਰੀ ਕਹਾਵੇਗਾ। ਪਹਿਲਾਂ ਹੀ ਦੱਸ ਦਿੱਤਾ ਗਿਆ ਜੋ ਕੁਝ ਉਹਦੇ ਨਾਮ ਦੇ ਨਾਲ ਲੱਗਣਾ ਸੀਗਾ, ਪਹਿਲਾਂ ਤੋਂ ਹੀ ਲੋਕ ਉਹਨੂੰ ਇਮਾਨੂਅਲ ਕਹਿ ਕੇ ਬੁਲਾਉਣਗੇ। ਪਹਿਲਾਂ ਤੋਂ ਹੀ ਦੱਸ ਦਿੱਤਾ ਗਿਆ ਸੀ ਤਾਂ ਕਿ ਕਿਸੇ ਨੂੰ ਭੁਲੇਖਾ ਨਾ ਰਵੇ ਤੇ ਇਹਨਾਂ ਨੂੰ ਇਹ ਵੀ ਨਹੀਂ ਸਮਝ ਆਏ ਵੀ ਉਹਨੂੰ ਯਿਸੂ ਨੇ ਨਾਂ ਲੈ ਕੇ ਬੁਲਾਇਆ। ਸਾਡੇ ਵਿੱਚੋਂ ਕਿਸੇ ਨੂੰ ਨਾਂ ਲੈ ਕੇ ਤੇ ਮੁਬਾਰਕ ਹੋ ਜ਼ਿੰਦਗੀ ਜਿਹੜੀ ਨਾਂ ਲੈ ਕੇ ਬੁਲਾਈ ਜਾਂਦੀ ਹੈ। ਹਾਲੇਲੂਇਆ। ਨਾਂ ਲੈ ਕੇ ਬੁਲਾਇਆ, ਕਹਿੰਦੇ ਜਾਣ ਜਾਂਦਾ। ਅਜੇ ਵੀ ਸਮਝਦੇ ਨਹੀਂ ਆ ਵੀ ਸ਼ਦਾਈ ਲੋਕੋ, ਤੁਸੀਂ ਇਹ ਸਮਝੋ ਜਿਹਨੂੰ ਉਹ ਜਾਣਦਾ ਨਹੀਂ ਸੀ ਤੇ ਛੁਪੇ ਹੋਏ ਨੂੰ ਉਹਨੇ ਕਹਿ ਦਿੱਤਾ ਕਿ ਜੱਕੀ ਹੇਠਾਂ ਉਤਰਿਆ, ਅੱਜ ਮੈਨੂੰ ਤੇਰੇ ਘਰ ਜਾਣਾ ਜ਼ਰੂਰੀ ਹੈ। ਜਿਹੜਾ ਉਹਨੂੰ ਨਾਮ ਤੋਂ ਜਾਣਦਾ ਉਹਦੇ ਕਰਮ ਤੋਂ ਨਹੀਂ ਜਾਣਦਾ ਹੋਵੇਗਾ, ਲੇਕਿਨ ਫਿਰ ਵੀ ਦੋਸ਼ ਲਾਉਣ ਤੋਂ ਨਹੀਂ ਹਟ ਰਹੇ। ਇਸ ਕਰਕੇ ਯਿਸੂ ਗਿਲਾ ਕਰਦਾ, ਹੇ ਮਸੂਲੀਓ ਤੇ ਜਨਾਹਕਾਰੋ, ਮੈਂ ਤੁਹਾਨੂੰ ਦੱਸ ਦੇਣਾ ਚਾਹੁੰਦਾ ਆ ਤੁਹਾਡੇ ਨਾਲੋਂ ਪਹਿਲੋਂ ਮਸੂਲੀਏ ਤੇ ਜਨਾਹਕਾਰ ਤੁਹਾਡੇ ਨਾਲੋਂ, ਹੇ ਫੱਕੀਓ ਫਰੀਸੀਓ, ਮੈਂ ਤੁਹਾਨੂੰ ਦੱਸ ਦੇਣਾ ਚਾਹੁੰਦਾ ਮਸੂਲੀਏ ਤੇ ਜਨਾਹਕਾਰ ਤੁਹਾਡੇ ਨਾਲੋਂ ਪਹਿਲੋਂ ਸਵਰਗ ਦੀ ਬਾਦਸ਼ਾਹਤ ਦੇ ਵਿੱਚ ਹੋਣਗੇ। ਕਿਉਂ ਹੋਣਗੇ? ਇੱਥੋਂ ਸਾਰੀਆਂ ਚੀਜ਼ਾਂ ਦਾ ਪਤਾ ਲੱਗਦਾ ਆ। ਮੱਤੀ ਨੂੰ ਉਹਨੇ ਕਿਹਾ ਆ ਜਾ, ਤੇ ਮੱਤੀ ਨੇ 1 ਮਿੰਟ ਨਹੀਂ ਲਾਇਆ ਮਗਰ ਆਉਣ ਲੱਗਿਆ। ਰਹਾਬ ਵੇਸ਼ਿਆ ਦੇ ਕੋਲ ਪਹੁੰਚੇ ਤੇ ਉਹਨੇ ਉਹਨਾਂ ਨੂੰ ਪਹਿਚਾਨਣ ਲੱਗਿਆ, ਮਿੰਟ ਨਹੀਂ ਲਾਇਆ। ਜਿਫਤਾ ਬੇਸ਼ੱਕ ਕਿ ਜਨਾਹਕਾਰ ਔਰਤ ਦਾ ਸੰਤਾਨ ਸੀ, ਲੇਕਿਨ ਕੰਮ ਉਹ ਕਰ ਗਿਆ ਜਿਹੜਾ ਪਰਮੇਸ਼ਵਰ ਦੇ ਪਾਣੇ ਬਹੁ ਮੁੱਲੇ ਸੀਗੇ। ਉਸੇ ਤਰ੍ਹਾਂ ਇਸ ਬੰਦੇ ਦੇ ਬਾਰੇ ਅਸੀਂ ਦੇਖਦੇ ਹਾਂ। ਯਿਸੂ ਨੇ ਕਿਹਾ, ਯਿਸੂ ਨੂੰ ਨਾਲ ਲੈ ਗਿਆ। ਅਜੇ ਉਹ ਆਪਸ ਵਿੱਚ ਵਿਚਾਰ ਹੀ ਕਰ ਰਹੇ ਸਨ, ਜਦੋਂ ਕਹਿ ਰਹੇ ਸਨ ਕਿ ਅਗਰ ਇਹ ਪਰਮੇਸ਼ਵਰ ਦਾ ਪੁੱਤਰ ਹੁੰਦਾ ਤੇ ਜਾਣ ਲੈਂਦਾ ਕਿ ਕੌਣ ਆ ਇਹ ਜੱਕੀ। ਇਸ ਤੋਂ ਪਹਿਲਾਂ ਕਿ ਯਿਸੂ ਬੋਲੇ, ਯਿਸੂ ਜੱਕੀ ਦੇ ਇੰਤਜ਼ਾਰ ਕਰ ਰਿਹਾ ਸੀ। ਆਤਮਾ ਨੇ ਜੱਕੀ ਨੂੰ ਉਭਾਰਿਆ। ਉਹਨਾਂ ਲੋਕਾਂ ਨੇ ਬੋਲ ਕੇ ਨਹੀਂ ਸੀ ਕਿਹਾ, ਆਪਸ ਵਿੱਚ ਹੀ ਖੁਸਰ ਫੁਸਰ ਕਰ ਰਹੇ ਸੀ। ਤੇ ਯਿਸੂ ਉਹਨਾਂ ਦੇ ਮਨ ਦੀ ਗੱਲ ਨੂੰ ਵੀ ਸੋਚ ਰਿਹਾ ਸੀਗਾ, ਤੇ ਯਿਸੂ ਜੱਕੀ ਨੂੰ ਵੀ ਮਨ ਤੋਂ ਜਾਣਦਾ ਸੀ। ਤੇ ਯਿਸੂ ਚਾਹੁੰਦਾ ਸੀ ਜੱਕੀ ਉੱਠੇ ਤੇ ਕਵੇ। ਤੇ ਫਿਰ ਜੱਕੀ ਉੱਠ ਪਿਆ, ਕਹਿੰਦਾ ਅੱਧਾ ਮਾਲ ਕੰਗਾਲਾਂ ਨੂੰ ਦਿੰਦਾ ਤੇ ਕਿਸੇ ਤੇ ਜ਼ੋਰ ਜ਼ਬਰਦਸਤੀ ਕਰਕੇ ਲਿਆ ਤੇ 4 ਗੁਣਾ ਵਾਪਸ ਕਰਦਾ। ਤੇ ਯਿਸੂ ਮਸੀਹ ਨੇ ਫਿਰ ਫੱਕੀਆਂ ਫਰੀਸੀਆਂ ਵੱਲ ਦੇਖ ਕੇ ਜੱਕੀ ਨੂੰ ਕਿਹਾ, ਅੱਜ ਇਸ ਘਰ ਦੇ ਵਿੱਚ ਨਜ਼ਾਤ। ਹਾਲੇਲੂਇਆ। ਅੱਜ ਕੀ ਆਈ ਹੈ? ਅੱਜ ਇਸ ਘਰ ਦੇ ਵਿੱਚ ਨਜਾਤ ਆਈ ਹੈ। ਫੱਕੀ ਫਰੀਸੀਆਂ ਵਿੱਚੋਂ ਕਿਸੇ ਨੂੰ ਨਹੀਂ ਕਿਹਾ ਕਿ ਤੁਹਾਡੇ ਘਰ ਦੇ ਵਿੱਚ ਵੀ ਨਜਾਤ ਆ ਜਾਵੇਗੀ। ਜਿਹੜੇ ਦੋਸ਼ ਲਾਉਂਦੇ ਸਨ ਉਹਨਾਂ ਚੋਂ ਕਿਸੇ ਨੂੰ ਨਹੀਂ ਕਿਹਾ। ਕਿਹਨੂੰ ਕਿਹਾ ਆ? ਇਸ ਜਿਹੜੇ ਦੋਸ਼ ਲਾਉਣ ਵਾਲੇ ਫੱਕੀ ਫਰੀਸੀ ਆ, ਤੇ ਉਹਨਾਂ ਨੂੰ ਯਿਸੂ ਮਸੀਹ ਕਹਿੰਦਾ ਤੁਸੀਂ ਨਹੀਂ ਜਾਣਾ,
ਤੁਹਾਡੇ ਨਾਲੋਂ ਪਹਿਲਾਂ ਇਹ ਜਨਾਕਾਰ ਤੇ ਮਸੂਲੀਏ स्वर्ग ਦੀ ਬਾਦਸ਼ਾਹ ਦੇ ਵਿੱਚ ਹੋਣਗੇ। ਆਪਣੀ ਅੱਖਾਂ ਨੂੰ ਬੰਦ ਕਰਾਂਗੇ, ਸਿਰਾਂ ਝੁਕਾਵਾਂਗੇ, ਦੁਆ ਕਰਾਂਗੇ। ਖੁਦਾਵੰਦ ਖੁਦਾ ਤੇਰੀ ਤਾਰੀਫ ਤੇਰਾ ਸ਼ੁਕਰ ਕਰਦੇ हैं, तेरी दया तेरी मोहब्बत ਦੇ ਵਾਸਤੇ, ਤੇਰੇ ਲੋਕਾਂ ਦੇ ਵਾਸਤੇ, ਤੇਰੇ ਅੱਛੇ ਕਲਾਮ ਦੇ ਵਾਸਤੇ। ਖੁਦਾਵੰਦ ਤੁਸੀਂ ਆਪਣੇ ਕਲਾਮ ਦੇ ਜਰੀਏ ਸਾਡੇ ਸਭਨਾਂ ਨਾਲ ਗੱਲ ਕੀਤੀ, ਤੁਹਾਡਾ ਸ਼ੁਕਰ ਕਰਦੇ ਹਾਂ ਖੁਦਾਵੰਦ। ਇਹਨਾਂ ਅੱਛੇ ਭੇਤਾਂ ਦੇ ਲਈ ਤੁਹਾਡਾ ਸ਼ੁਕਰ ਕਰਦੇ ਹਾਂ ਖੁਦਾਵੰਦ। ਜੋ ਵੀ ਸੁਣਾਇਆ ਗਿਆ ਖੁਦਾਵੰਦ ਤੇਰੇ ਲੋਕਾਂ ਦੀ ਜ਼ਿੰਦਗੀ ਦੇ ਵਿੱਚ ਵਸ ਜਾਵੇ ਔਰ ਤੇਰੇ ਲੋਕ तेरी बादशाह के अधिकारी होने खुदावंद। हर किस्म की खुदी हर एक जिंदगी तो दूर होवे। तेरी कृपा तेरा फजल तेरे लोगों ते हमेशा बनया रहे खुदावंद। तू दया कर खुदावंद। एक एक जिंदगी नूं तेरे मुबारक भरे हत्थां दिंदे हैं खुदावंद। तुसीं संभाल के रखो, साडी दुआ नूं सुनो, कबूल करो मसीह यसू दे नाम दे विच। हुण साडे खुदावंद यसू मसीह दा फजल, खुदा बाप दी मोहब्बत, पाक रूह दी संगत होण तो लैके हमेशा तक ਉਹਦੇ तमाम लोगों के नाल बनी रहे। आमीन। हालेलुया हालेलुया। बाकी अगली बार विचार करेंगे।